ਸਭ ਨੂੰ ਜੈ ਮਸੀਹ ਦੀ। ਸਭ ਤੋਂ ਪਹਿਲਾਂ ਪ੍ਰਭੂ ਦਾ ਧੰਨਵਾਦ ਕਰਦੇ ਹਾਂ ਅੱਜ ਦੇ ਸੁੰਦਰ ਸਮੇਂ ਦੇ ਲਈ ਕਿ ਪ੍ਰਭੂ ਨੇ ਅੱਜ ਇੱਕ ਵਾਰੀ ਫੇਰ ਸਾਨੂੰ ਆਪਣੇ ਕਦਮਾਂ ਦੇ ਵਿੱਚ ਬਿਠਾਇਆ। ਅੱਜ ਵੀਰਵਾਰ ਦੇ ਦਿਨ ਅਸੀਂ ਪਰਮੇਸ਼ਰ ਦੇ ਕਦਮਾਂ ਦੇ ਵਿੱਚ ਹਾਂ। ਪਰਮੇਸ਼ਰ ਦਾ ਧੰਨਵਾਦ ਹੋ। ਪਿਛਲਾ ਸਮਾਂ ਸੰਭਾਲਿਆ, ਮਦਦ ਕੀਤੀ, ਨਿਗਹਿਬਾਨੀ ਰਖਵਾਲੀ ਕੀਤੀ, ਸਭ ਗੱਲਾਂ ਦੇ ਲਈ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ। तो ਅੱਜ ਦਾ ਵਚਨ ਅਸੀਂ ਸੁਣ ਲਈ ਜਾ ਰਹੇ ਹਾਂ। तो ਅੱਜ ਦਾ ਵਚਨ ਦਾ ਮੇਨ ਵਿਸ਼ਾ ਆ ਆਪਣੇ ਆਪ ਨੂੰ ਜਾਂਚਣਾ, ਆਪਣੇ ਆਪ ਨੂੰ ਪਰਖਣਾ, ਜਾਂ ਇਸ ਗੱਲ ਨੂੰ ਦੇਖਣਾ ਕਿ ਮੇਰੇ ਵਿੱਚ ਕਿਸ ਗੱਲ ਦਾ ਘਾਟਾ ਆ। ਇਹਨਾਂ ਦਿਨਾਂ ਦੇ ਵਿੱਚ ਆਪਣੇ ਆਤਮਿਕ ਜੀਵਨ ਦੀਆਂ ਕਮੀਆਂ ਨੂੰ ਪੂਰੀਆਂ ਕਰਨਾ ਆ। तो ਅੱਜ ਦੇ ਧਿਆਨ ਦੇ ਲਈ ਅਸੀਂ ਵਚਨ ਪੜ੍ਹਦੇ ਹਾਂ ਮਰਕਸ ਦੀ ਇੰਜੀਲ 10 ਬਾਬ ਉਹਦਾ 17 ਤੋਂ ਲੈ ਕੇ 22 ਵਚਨ ਤੱਕ। ਜਦੋਂ ਬਾਹਰ ਨਿਕਲ ਕੇ ਰਾਹ ਵੱਲ ਚਲਿਆ ਜਾਂਦਾ ਸੀ, ਇੱਕ ਜਣਾ ਉਹਦੇ ਕੋਲ ਦੌੜਿਆ ਆਇਆ ਅਤੇ ਉਹਦੇ ਅੱਗੇ ਗੋਡੇ ਨਿਵਾ ਕੇ ਉਹਨੂੰ ਪੁੱਛਿਆ, ਸਤਿਗੁਰੂ ਜੀ, ਮੈਂ ਕੀ ਕਰਾਂ ਜੋ ਸਦੀਪਕ ਜੀਵਨ ਦਾ ਅਧਿਕਾਰੀ ਹੋਵਾਂ? ਯਿਸੂ ਨੇ ਉਹਨੂੰ ਆਖਿਆ, ਤੂੰ ਮੈਨੂੰ ਸੱਤ ਕਿਉਂ ਕਹਿੰਦਾ ਹੈ? ਸੱਤ ਕੋਈ ਨਹੀਂ, ਨਿਰਾ ਇੱਕੋ ਪਰਮੇਸ਼ਰ। ਤੂੰ ਹੁਕਮਾਂ ਨੂੰ ਜਾਣਦਾ ਹੈ, ਖੂਨ ਨਾ ਕਰ, ਜਨਾਹ ਨਾ ਕਰ, ਚੋਰੀ ਨਾ ਕਰ, ਝੂਠੀ ਅਗਵਾਈ ਨਾ ਦੇ, ਠੱਗੀ ਨਾ ਕਰ, ਆਪਣੇ ਮਾਂ ਪਿਓ ਦਾ ਆਦਰ ਕਰ। ਉਸਨੇ ਉਹਨੂੰ ਕਿਹਾ, ਗੁਰੂ ਜੀ, ਮੈਂ ਆਪਣੇ ਬਾਲਕਪੁਣੇ ਤੋਂ ਉਹਨਾਂ ਸਭਨਾਂ ਨੂੰ ਮੰਨਦਾ ਆਇਆ ਹਾਂ। ਯਿਸੂ ਨੇ ਉਹਦੀ ਗੱਲ ਵੇਖ ਕੇ ਉਹਨੂੰ ਪਿਆਰ ਕੀਤਾ ਅਤੇ ਉਹਨੂੰ ਆਖਿਆ, ਤੇਰੇ ਵਿੱਚ ਇੱਕ ਗੱਲ ਦਾ ਘਾਟਾ ਹੈ। ਜਾ ਅਤੇ ਜੋ ਕੁਝ ਤੇਰਾ ਹੈ ਵੇਚ ਅਤੇ ਕੰਗਾਲਾਂ ਨੂੰ ਦੇ, ਤਾਂ ਤੈਨੂੰ ਸਵਰਗ ਵਿੱਚ ਧਨ ਮਿਲੇਗਾ, ਅਤੇ ਆ ਮੇਰੇ ਪਿੱਛੇ ਹੋ ਤੁਰ। ਪਰ ਉਹ ਇਸ ਗੱਲੋਂ ਭੈੜਾ ਪਿਆ ਅਤੇ ਉਦਾਸ ਹੋ ਕੇ ਚਲਿਆ ਗਿਆ, ਕਿਉਂ ਜੋ ਉਹ ਇੱਕ ਵੱਡਾ ਮਾਲਦਾਰ ਸੀ। ਇੱਥੇ ਅਸੀਂ ਪੜ੍ਹਦੇ ਇੱਕ ਨੌਜਵਾਨ ਦੀ ਇਸ ਕਹਾਣੀ ਨੂੰ। ਲਿਖਿਆ, ਇੱਕ ਦਿਨ ਉਹਨੇ ਕੀ ਕੀਤਾ ਕਿ ਯਿਸੂ ਮਸੀਹ ਨੂੰ ਦੇਖਿਆ। ਪੜ੍ਹੀਏ 17 ਵਚਨ। ਜਦੋਂ ਬਾਹਰ ਨਿਕਲ ਕੇ ਰਾਹ ਵੱਲ ਚਲਿਆ ਜਾਂਦਾ ਸੀ, ਕਿਤੇ ਜਦੋਂ ਉਹ ਬਾਹਰ ਨਿਕਲ ਕੇ ਰਾਹ ਵੱਲ ਚਲਿਆ ਜਾਂਦਾ ਸੀ, ਇੱਕ ਜਣਾ ਉਹਦੇ ਕੋਲ ਦੌੜਿਆ ਆਇਆ। ਇੱਕ ਜਣਾ ਉਹਦੇ ਕੋਲ ਦੌੜਿਆ। ਯਿਸੂ ਮਸੀਹ ਜਦੋਂ ਬਾਹਰ ਨਿਕਲ ਕੇ ਚਲਿਆ ਜਾਂਦਾ ਸੀ, ਲਿਖਿਆ ਇੱਕ ਜਣਾ, ਇੱਕ ਵਿਅਕਤੀ ਉਹਦੇ ਕੋਲ ਦੌੜਿਆ ਆਇਆ। ਹਾਂ, ਅਤੇ ਉਹਦੇ ਅੱਗੇ ਗੋਡੇ ਨਿਵਾ ਕੇ, ਔਰ ਬੜੇ ਆਦਰ ਦੇ ਨਾਲ ਗੋਡੇ ਨਿਵਾ ਕੇ ਉਹਨੂੰ ਪੁੱਛਿਆ। ਉਹਨੂੰ ਕੀ ਕਹਿੰਦਾ ਆ? ਕੀ ਪੁੱਛਦਾ ਉਹਨੂੰ? ਸਤਿਗੁਰੂ ਜੀ, ਕਹਿੰਦਾ, ਪ੍ਰਭੂ ਜੀ, ਮੈਂ ਕੀ ਕਰਾਂ ਜੋ ਸਦੀਪਕ ਜੀਵਨ ਦਾ ਅਧਿਕਾਰੀ ਹੋਵਾਂ? ਕਹਿੰਦਾ, ਮੈਂ ਕੀ ਕਰਾਂ ਜੋ ਹੁਣ ਮੈਂ ਸਦੀਪਕ ਜੀਵਨ ਦਾ ਅਧਿਕਾਰੀ ਬਣ ਜਾਵਾਂ? ਕਹਿੰਦਾ, ਪ੍ਰਭੂ ਜੀ, ਮੈਨੂੰ ਦੱਸੋ, ਮੈਂ ਸਦੀਪਕ ਜੀਵਨ ਪਾਉਣਾ ਚਾਹੁੰਦਾ ਆ। ਗੋਡੇ ਨਵਾਏ, ਆਦਰ ਦੇ ਨਾਲ ਬੈਠਾ, ਔਰ ਕੀ ਪੁੱਛਦਾ? ਕਹਿੰਦਾ, ਪ੍ਰਭੂ ਜੀ, ਮੈਨੂੰ ਦੱਸੋ, ਮੈਂ ਸਦੀਪਕ ਜੀਵਨ ਦਾ ਅਧਿਕਾਰੀ ਬਣਨਾ ਚਾਹੁੰਦਾ ਹਾਂ। ਤਾਂ ਸਭ ਤੋਂ ਪਹਿਲਾਂ ਤੇ ਜਰਾ ਅਸੀਂ ਉਸ ਇਨਸਾਨ ਦੀ ਜ਼ਿੰਦਗੀ ਦੇ ਵੱਲ ਝਾਤੀ ਮਾਰਦੇ ਹਾਂ। ਅਸਲ 'ਚ ਪੁੱਛਣਾ ਚਾਹੁੰਦਾ ਹੈ ਕਿ ਪ੍ਰਭੂ ਜੀ, ਮੈਨੂੰ ਦੱਸੋ ਕਿ ਹੁਣ ਮੇਰੇ ਜੀਵਨ ਦੇ ਵਿੱਚ ਕਿਸ ਚੀਜ਼ ਦਾ ਘਾਟਾ ਆ। ਉਹ ਅਸਲ 'ਚ ਪੁੱਛਣਾ ਚਾਹੁੰਦਾ ਕਿ ਪ੍ਰਭੂ ਜੀ, ਹੁਣ ਮੈਨੂੰ ਕੀ ਕਰਨਾ ਚਾਹੀਦਾ ਆ ਕਿ ਜੋ ਮੈਨੂੰ ਸਵਰਗ ਮਿਲ ਜਾਵੇ। ਪ੍ਰਭੂ ਜੀ, ਮੈਨੂੰ ਦੱਸੋ ਕਿ ਮੇਰੇ ਜੀਵਨ 'ਚ ਉਹ ਕਿਹੜੀ ਕਮੀ ਆ ਜਿਹੜੀ ਮੈਨੂੰ ਸਵਰਗ ਰਾਜ ਜਾਂ ਸਦੀਪਕ ਜੀਵਨ ਨੂੰ ਪਾਉਣ ਤੋਂ ਕੀ ਕਰਦੀ ਆ? ਰੋਕਦੀ ਆ। ਦੁਬਾਰਾ ਪੜ੍ਹੀ ਜਰਾ ਇਸ ਵਚਨ ਨੂੰ, 17 ਨੂੰ। ਸਤਿਗੁਰੂ ਜੀ, ਮੈਂ ਕੀ ਕਰਾਂ ਜੋ ਸਦੀਪਕ ਜੀਵਨ ਦਾ ਅਧਿਕਾਰੀ ਹੋਵਾਂ? ਹੁਣ ਦੇਖੋ, ਸਾਡੇ ਸਰੀਰ 'ਚ ਜੇਕਰ ਕੋਈ ਫਾਲਟ ਆ ਨਾ, ਉਹਨੂੰ ਦੇਖਣ ਲਈ ਐਕਸ-ਰੇ ਮਸ਼ੀਨਾਂ ਬਣੀਆਂ ਨੇ, ਕੈਟ ਸਕੈਨ ਆ, MRI ਆ, ਕਈ ਤਰ੍ਹਾਂ ਦੀਆਂ ਮਸ਼ੀਨਾਂ ਨੇ ਜਿਹੜੀਆਂ ਸਾਡੇ ਦਿਮਾਗ ਦੇ ਅੰਦਰ, ਸਾਡੇ ਸਰੀਰ ਦੇ ਅੰਦਰ ਜੇਕਰ ਕੋਈ ਕਮੀ ਆ ਤਾਂ ਉਹਨੂੰ ਕੀ ਕਰ ਸਕਦੀਆਂ ਨੇ? ਵੇਖ ਸਕਦੀਆਂ ਨੇ। ਪਰ ਜੇਕਰ ਸਾਡੇ ਆਤਮਿਕ ਜੀਵਨ ਦੇ ਵਿੱਚ ਕੋਈ ਕਮੀ ਆ ਤੇ ਉਹ ਵੇਖਣ ਵਾਸਤੇ ਸਿਰਫ ਪ੍ਰਭੂ ਯਿਸੂ ਮਸੀਹ ਜਾਂ ਪਰਮੇਸ਼ਰ ਦਾ ਵਚਨ, ਇਹ ਵਚਨ ਜਾਂ ਪਰਮੇਸ਼ਰ ਦੱਸ ਸਕਦਾ ਕਿ ਸਾਡੇ 'ਚ ਹੁਣ ਕਮੀ ਕੀ ਆ।
ਇਸ ਕਾਰਨ ਉਹ ਦੌੜਾ ਆਇਆ ਔਰ ਆ ਕੇ ਕੀ ਕਹਿੰਦਾ, ਪ੍ਰਭੂ ਜੀ ਮੈਨੂੰ ਦੱਸੋ ਕਿ ਮੇਰੇ ਜੀਵਨ ਦੇ ਵਿੱਚ ਹੁਣ ਕਿਸ ਗੱਲ ਦਾ ਕੀ ਆ ਘਾਟਾ ਆ। ਸਭ ਤੋਂ ਪਹਿਲਾਂ ਤੇ ਅਸੀਂ ਉਸ ਇਨਸਾਨ ਦੀ, ਉਸ ਨੌਜਵਾਨ ਦੇ ਜੀਵਨ ਤੇ ਇੱਕ ਗੌਰ ਕਰਦੇ ਹਾਂ। ਨੰਬਰ 1, ਉਹ ਸਹੀ ਰਾਹ ਤੇ ਆਇਆ। ਲਿਖਿਆ ਇੱਕ ਵਚਨ ਪੜੋ, 17 ਵਚਨ ਪੜੋ ਇਹਦਾ। ਜਦੋਂ ਬਾਹਰ ਨਿਕਲ ਕੇ ਰਾਹ ਵੱਲ ਚਲਿਆ ਜਾਂਦਾ ਸੀ, ਜਦੋਂ ਯਿਸੂ ਮਸੀਹ ਬਾਹਰ ਨਿਕਲ ਕੇ ਆਪਣੇ ਰਾਹ ਤੇ ਚਲਿਆ ਜਾਂਦਾ ਸੀ, ਇੱਕ ਜਣਾ ਉਹਦੇ ਕੋਲ ਦੌੜਿਆ ਆਇਆ। ਇੱਕ ਜਣਾ ਉਹਦੇ ਕੋਲ ਕੀ ਕੀਤਾ? ਯਿਸੂ ਮਸੀਹ ਦੇ ਰਾਹ ਤੇ ਇੱਕ ਜਣਾ ਆਇਆ ਆ। ਉਹ ਰਾਹ ਵੀ ਜਾਣਦਾ ਸੀ। ਨੰਬਰ 1, ਉਹ ਸਹੀ ਰਾਹ ਤੇ ਆਇਆ। ਉਹ ਯਿਸੂ ਨਾਲ ਮੁਲਾਕਾਤ ਕਰਨ ਲਈ ਦੌੜਿਆ ਅਤੇ ਮਸੀਹ ਦੇ ਅੱਗੇ ਕੀ ਕੀਤੇ ਨੇ? ਉਹਨੇ ਗੋਡੇ ਨਵਾਏ। ਸਭ ਤੋਂ ਪਹਿਲੀ ਇਹਦੀ ਖੂਬੀ ਕਿ ਉਹ ਸਹੀ ਰਾਹ ਤੇ ਆਇਆ। ਨੰਬਰ 2, ਉਹ ਸਹੀ ਮਕਸਦ ਦੇ ਨਾਲ ਆਇਆ। ਕੀ ਕਹਿੰਦਾ ਆ? ਪੜੋ। ਅਤੇ ਉਹਦੇ ਅੱਗੇ ਗੋਡੇ ਨਿਵਾ ਕੇ ਉਹਨੂੰ ਪੁੱਛਿਆ, ਹਾਂ, ਸਤਿਗੁਰੂ ਜੀ ਮੈਂ ਕੀ ਕਰਾਂ ਜੋ ਸਦੀਪਕ ਜੀਵਨ ਦਾ ਅਧਿਕਾਰੀ ਹੋਵਾਂ? ਹਾਲੇਲੂਇਆ। ਕੀ ਕਹਿੰਦਾ? ਕਹਿੰਦਾ ਸਤਿਗੁਰੂ ਜੀ ਮੈਂ ਕੀ ਕਰਾਂ ਜੋ ਮੈਂ ਸਦੀਪਕ ਜੀਵਨ ਦਾ ਕੀ ਹੋਵਾਂ। ਅੱਜ ਅਸੀਂ ਕਿਹੜੇ ਮਕਸਦ ਨਾਲ ਉਹਦੇ ਕੋਲ ਆਉਂਦੇ ਆ? ਅੱਜ ਅਸੀਂ ਕਹਿੰਦੇ ਪ੍ਰਭੂ ਜੀ ਸਾਨੂੰ ਕੋ ਦੱਸ ਸਾਡੀ ਨੌਕਰੀ ਕਿਸ ਤਰ੍ਹਾਂ ਲੱਗੇ। ਪ੍ਰਭੂ ਸਾਨੂੰ ਦੱਸ ਸਾਡੇ ਘਰ 'ਚ ਸਰੀਰਕ ਤੌਰ ਤੇ ਆਸ਼ੀਸ਼ ਕਿਸ ਤਰ੍ਹਾਂ ਆਵੇ। ਪ੍ਰਭੂ ਸਾਨੂੰ ਦੱਸ ਅਸੀਂ ਇਹ ਸਭ ਕਿਹੜੇ ਤਰੀਕੇ ਨਾਲ, ਸਰੀਰ ਦੀਆਂ ਆਸ਼ਾ ਬਰਕਤਾਂ ਕਿਹੜੇ ਤਰੀਕੇ ਨਾਲ ਪ੍ਰਾਪਤ ਕਰ ਸਕਦੇ ਹਾਂ। ਪਰ ਇਸ ਇਨਸਾਨ ਦਾ ਮਕਸਦ ਦੇਖੋ। ਕਹਿੰਦਾ ਉਹ ਸਹੀ ਮਕਸਦ ਦੇ ਨਾਲ ਆਇਆ। ਮੇਰੇ ਪਿਆਰਿਓ, ਇਸ ਇਨਸਾਨ ਦੇ ਮਕਸਦ ਤੋਂ ਸਾਨੂੰ ਕੁਝ ਸਿੱਖਣਾ ਚਾਹੀਦਾ ਹੈ। ਇਸ ਇਨਸਾਨ ਦੇ ਮਕਸਦ ਤੋਂ ਸਾਨੂੰ ਇੱਕ ਸਿੱਖਿਆ ਲੈਣੀ ਚਾਹੀਦੀ ਆ। ਅਸਲ 'ਚ ਜੇਕਰ ਕਿਸੇ ਮਕਸਦ ਦੇ ਨਾਲ ਪਰਮੇਸ਼ਰ ਕੋਲ ਆਉਣਾ ਨਾ, ਉਹ ਮਕਸਦ ਆ ਹਮੇਸ਼ਾ ਦਾ ਜੀਵਨ। ਬਾਕੀ ਚੀਜ਼ਾਂ ਤੁਹਾਨੂੰ ਕਿਤੇ ਵੀ ਮਿਲ ਸਕਦੀਆਂ ਨੇ। ਤੰਦਰੁਸਤੀ ਤੁਹਾਨੂੰ ਡਾਕਟਰਾਂ ਕੋਲ ਵੀ ਮਿਲ ਸਕਦੀ ਆ। ਬਾਕੀ ਸਭ ਗੱਲਾਂ ਕਿਤੇ ਵੀ ਪ੍ਰਾਪਤ ਹੋ ਸਕਦੀਆਂ ਨੇ। ਪਰ ਇਹ ਜੋ ਅਨੰਤ ਕਾਲ ਦਾ ਜੀਵਨ ਹੈ ਨਾ, ਜਿਹਦਾ ਸਦੀਪਕ ਜੀਵਨ ਆ, ਇਹ ਸਿਰਫ ਔਰ ਸਿਰਫ ਯਿਸੂ ਮਸੀਹ ਦੇ ਕੋਲੋਂ ਹੀ ਮਿਲ ਸਕਦਾ ਆ। ਇਹਨੂੰ ਕੋਈ ਹੋਰ ਨਹੀਂ ਦੇ ਸਕਦਾ। ਸਿਰਫ ਔਰ ਸਿਰਫ ਯਿਸੂ ਮਸੀਹ ਹੀ ਦੇ ਸਕਦਾ ਆ। ਜੇਕਰ ਯਿਸੂ ਮਸੀਹ ਦੇ ਕੋਲ ਤੁਸੀਂ ਆਉਣਾ ਆ, ਇਸ ਮਕਸਦ ਨਾਲ ਆਈਏ ਕਿ ਪ੍ਰਭੂ ਮੈਨੂੰ ਅਨੰਤ ਜੀਵਨ ਦੇ, ਕਿ ਪ੍ਰਭੂ ਮੈਨੂੰ ਹਮੇਸ਼ਾ ਦਾ ਜੀਵਨ ਦੇ, ਪ੍ਰਭੂ ਮੈਨੂੰ ਸਦੀਪਕ ਜੀਵਨ ਦੇ, ਕਿਉਂਕਿ ਯਿਸੂ ਸਦੀਪਕ ਜੀਵਨ ਦਾ ਦਾਤਾ ਆ। ਬਾਕੀ ਚੀਜ਼ਾਂ ਦੇ ਫ੍ਰੀ 'ਚ ਨੇ। ਇਨਸਾਨ ਦਾ ਮੇਨ ਮਕਸਦ, ਇਨਸਾਨ ਦਾ ਮੇਨ ਧਿਆਨ ਕਿੱਧਰ ਹੋਣਾ? ਅੱਜ ਤੁਸੀਂ ਚਰਚ ਜਾਂਦੇ ਆ, ਅੱਜ ਤੁਸੀਂ ਪਰਮੇਸ਼ਰ ਦੇ ਘਰ 'ਚ ਜਾਂਦੇ ਆ, ਸਾਡਾ ਮਕਸਦ ਕੀ ਆ? ਸਾਡੇ ਮਨ 'ਚ ਕੀ ਆ? ਪਰਮੇਸ਼ਰ ਜਾਣਦਾ ਆ। ਪਰਮੇਸ਼ਰ ਤੋਂ ਕੁਝ ਵੀ ਲੁਕਿਆ ਨਹੀਂ ਆ। ਸਾਡੇ ਦਿਲਾਂ ਦੀ, ਸਾਡੀ ਮਨਾਂ ਦੀ ਉਹ ਕੀ ਕਰ ਲੈਂਦਾ? ਜਾਂਚ ਕਰ ਲੈਂਦਾ ਆ। ਸਭ ਤੋਂ ਪਹਿਲਾਂ ਤਾਂ ਤੁਸੀਂ ਸਹੀ ਰਾਹ ਤੇ ਆਈਏ, ਯਿਸੂ ਮਸੀਹ ਦੇ ਰਸਤੇ ਤੇ ਆਈਏ, ਜਿੱਥੇ ਯਿਸੂ ਮਸੀਹ ਦਾ ਅਸਲੀ ਰਾਹ ਆ। ਤੁਹਾਨੂੰ ਯਾਦ ਹੋਏਗਾ, ਇੱਕ ਜਣਾ ਯਿਸੂ ਮਸੀਹ ਦੇ ਰਾਹ 'ਚ ਪਹਿਲਾਂ ਵੀ ਆ ਚੁੱਕਾ ਸੀ। ਨਾਮ ਹੈ ਯੱਕੀ। ਲਿਖਿਆ ਉਹ ਯੱਕੀ ਉਸ ਰਾਹ ਤੇ ਗਿਆ ਜਿਸ ਰਾਹ ਤੋਂ ਯਿਸੂ ਮਸੀਹ ਨੇ ਕੀ ਕਰਨਾ ਸੀ? ਲੰਘਣਾ ਸੀ। ਤੇ ਤੁਸੀਂ ਮੈਨੂੰ ਇੱਕ ਗੱਲ ਦੱਸੋ, ਜਦੋਂ ਯੱਕੀ ਯਿਸੂ ਮਸੀਹ ਦੇ ਰਾਹ ਤੇ ਆਇਆ, ਯੱਕੀ ਨੂੰ ਕੀ ਮਿਲਿਆ? ਲਿਖਿਆ ਯਿਸੂ ਮਸੀਹ ਨੇ ਕਿਹਾ ਮੈਂ ਤੇਰੇ ਘਰ ਜਾਣਾ ਅੱਜ। ਯਿਸੂ ਮਸੀਹ ਘਰ ਗਿਆ ਆ, ਨਿਜਾਤ ਤੇ ਮਿਲੀ ਆ, ਪਰ ਉਹਨੂੰ ਹੋਰ ਕੀ ਮਿਲਿਆ? ਲਿਖਿਆ ਖੜਾ ਹੋਇਆ ਤੇ ਕੀ ਕਹਿੰਦਾ? ਕਹਿੰਦਾ ਮੈਂ ਜੋ ਕੁਝ ਵੀ ਮੇਰਾ ਆ ਨਾ, ਮੈਂ ਸਭ ਕੀ ਵੰਡਦਾ? ਕੰਗਾਲਾਂ ਨੂੰ ਦੇਣਾ। ਜੇਕਰ ਕਿਸੇ ਤੇ ਊਜ ਲੈ ਕੇ ਲਾ ਲਿਆ, 4 ਗੁਣਾ ਕੀ ਕਰਦਾ ਆ? ਮੇਰੇ ਪਿਆਰਿਓ, ਯਿਸੂ ਮਸੀਹ ਨੂੰ ਪ੍ਰਾਪਤ ਕਰਨਾ ਜਾਂ ਯਿਸੂ ਮਸੀਹ ਦੇ ਸਾਡੇ ਜੀਵਨ 'ਚ ਆ ਜਾਣ ਨਾਲ ਕੋਈ ਆਸ਼ਾ ਬਰਕਤਾਂ ਦਾ ਢੇਰ ਨਹੀਂ ਲੱਗ ਜਾਂਦਾ, ਬਲਕਿ ਉਹ ਜੋ ਸਾਡੇ ਕੋਲ ਆ ਉਹ ਵੀ ਕਈ ਵਾਰ ਕੀ ਕਰਨਾ ਪੈਂਦਾ ਆ? ਦੇਣਾ ਪੈਂਦਾ ਆ। ਅੱਜ ਅਸੀਂ ਕਿਸ ਮਕਸਦ ਨਾਲ ਆ ਗਏ ਯਿਸੂ ਮਸੀਹ ਦੇ ਕੋਲ? ਕੁਝ ਪ੍ਰਾਪਤ ਕਰ ਲਈਏ? ਯਾਦ ਰੱਖੋ, ਅਸਲੀ ਯਿਸੂ ਮਸੀਹ, ਜਿਹੜਾ ਸਲੀਬ ਦਿੱਤਾ ਮਸੀਹ ਆ, ਜਿਹੜਾ ਅਸਲ 'ਚ ਮਸੀਹ ਆ, ਜਿਹੜਾ ਨਾਸਰਤ ਦਾ ਮਸੀਹ ਆ, ਜਿਹਦੇ ਜੀਵਨ 'ਚੋਂ ਆ ਜਾਂਦਾ ਨਾ, ਉਹਨੂੰ ਪੁੱਛੋ ਦੇ ਜੀਵਨ ਦਾ ਹਾਲ ਕੀ ਹੁੰਦਾ ਆ।
ਮਰੀਅਮ ਦੇ ਜੀਵਨ ਚ ਆਇਆ। ਉਹ ਟੀਨੇਜਰ ਲੜਕੀ ਆ, ਨੌਜਵਾਨ ਹੋ ਰਹੀ ਆ, ਉਹਦੇ ਜੀਵਨ ਚ ਆ ਗਿਆ। ਉਹਦੇ ਜੀਵਨ ਚ ਆਇਆ, ਕੋਈ ਖੁਸ਼ੀ ਆਈ ਉਹਨੂੰ, ਕੋਈ ਆਸ਼ੀਸ਼ ਮਿਲੀ ਉਹਨੂੰ? ਹਰ ਜਗ੍ਹਾ ਨਿੰਦਿਆ ਤੇ ਬਦਨਾਮੀ ਸਹਿਣੀ ਪਈ ਹੈ ਉਹਨੂੰ। ਲੋਕ ਪੁੱਛਦੇ ਤੇਰੇ ਪੇਟ 'ਚ ਜਿਹੜਾ ਕੌਣ ਆ ਇਹ? ਬਥੇਰਾ ਕਹਿੰਦੀ ਆ ਇਹ ਸਰਵ ਸ਼ਕਤੀਮਾਨ ਪਰਮੇਸ਼ਰ ਦਾ ਆ, ਇਹ ਪਰਮੇਸ਼ਰ ਨੇ ਮੈਨੂੰ ਕਿਹਾ ਸੀ ਤੇ ਹੋਇਆ। ਕਹਿੰਦੇ ਕਿਸ ਤਰ੍ਹਾਂ ਇਹ ਕਦੀ ਹੋ ਹੀ ਨਹੀਂ ਸਕਦਾ, ਕੋਈ ਵਿਸ਼ਵਾਸ ਨਹੀਂ ਕਰ ਰਿਹਾ। ਯੂਸਫ ਦੀ ਜ਼ਿੰਦਗੀ 'ਚ ਆਇਆ, ਯੂਸਫ ਦੇ ਮਨ 'ਚ ਵੀ ਸ਼ੱਕ ਆਇਆ। ਲਿਖਿਆ ਨੇ ਚੁੱਪਚਾਪ ਉਹਨੂੰ ਤਿਆਗ ਦੇਣ ਦਾ ਫੈਸਲਾ ਕਰ ਲਿਆ, ਪਰ ਲਿਖਿਆ ਪਰਮੇਸ਼ਰ ਦੇ ਇੱਕ ਦੂਤ ਨੇ ਆ ਕੇ ਉਹਨੂੰ ਸਮਝਾਇਆ, ਜੋ ਮਰੀਅਮ ਕਹਿ ਰਹੀ ਸੱਚ ਹੈ, ਉਹ ਜੋ ਉਹਦੇ ਪੇਟ 'ਚ ਆ ਉਹ ਪਰਮੇਸ਼ਰ ਤੋਂ ਹੈ। ਮੇਰੇ ਪਿਆਰੇ, ਜਿਹਦੇ ਜੀਵਨ 'ਚ ਯਿਸੂ ਮਸੀਹ ਆ ਜਾਂਦਾ ਨਾ, ਤਰਫੱਲੂ ਪੈ ਜਾਂਦਾ ਆ। ਮੈਨੂੰ ਨਹੀਂ ਪਤਾ ਕਿਹੜਾ ਯਿਸੂ ਹੈ ਜਿਹੜਾ ਆ ਕੇ ਤੁਹਾਨੂੰ ਆਰਾਮ ਦੇ ਦਿੰਦਾ ਆ। ਮੈਨੂੰ ਉਹ ਨਹੀਂ ਪਤਾ ਕਿਹੜਾ ਯਿਸੂ ਜਿਹੜਾ ਆਉਂਦਾ ਤੁਹਾਨੂੰ ਬਰਕਤਾਂ ਦੇ ਪੈਕਟ ਦੇ ਦਿੰਦਾ ਆ। ਪਰ ਬਾਈਬਲ ਵਾਲਾ ਯਿਸੂ ਤੇ ਜਿਹਦੇ ਜੀਵਨ 'ਚ ਆਇਆ, ਉਹਨੇ ਹਲਚਲ ਮਚਾ ਦਿੱਤੀ ਆ। ਜੋ ਵੀ ਉਹਦੇ ਕੋਲ ਹੈ ਪਹਿਲਾਂ ਉਹਨੂੰ ਖਾਲੀ ਕੀਤਾ ਉਹਨੇ, ਜੋ ਵੀ ਉਹਦੇ ਕੋਲ ਹੈ ਪਹਿਲਾਂ ਉਹਦੇ ਤੋਂ ਦੂਰ ਕੀਤਾ, ਉਹਨੂੰ ਪਹਿਲਾਂ ਸਿੱਧ ਕੀਤਾ ਆ। ਹਾਲੇਲੂਇਆ। ਇਹ ਇਨਸਾਨ ਵੀ, ਇਹ ਲੜਕਾ ਵੀ ਸਹੀ ਰਾਹ ਤੇ ਆਇਆ ਤੇ ਸਹੀ ਮਕਸਦ ਦੇ ਨਾਲ ਆਇਆ। ਮੇਰੇ ਪਿਆਰੇ, ਜੇਕਰ ਕੋਈ ਸਹੀ ਮਕਸਦ ਹੈ ਯਿਸੂ ਮਸੀਹ ਦੇ ਕੋਲ ਆਉਣ ਦਾ, ਉਹ ਮਕਸਦ ਹੈ ਅਨੰਤ ਕਾਲ ਦਾ ਜੀਵਨ, ਉਹ ਮਕਸਦ ਹੈ ਸਵਰਗ ਦਾ ਜੀਵਨ, ਉਹ ਮਕਸਦ ਹੈ ਇਨਸਾਨ ਨੂੰ ਨਰਕ ਤੋਂ ਕੱਢ ਕੇ ਸਵਰਗ 'ਚ ਪਹੁੰਚਾਉਣ ਦਾ ਜੀਵਨ। ਸਹੀ ਮਕਸਦ ਨਾਲ ਆਈਏ ਤੇ ਸਹੀ ਚੀਜ਼ ਪ੍ਰਾਪਤ ਕਰੀਏ। ਉਹ ਸਹੀ ਰਾਹ ਤੇ ਆਇਆ ਤੇ ਸਹੀ ਮਕਸਦ ਨਾਲ ਆਇਆ। ਔਰ ਤੀਸਰਾ, ਉਹ ਸਹੀ ਜਗ੍ਹਾ ਤੇ ਆਇਆ। ਉਹਨੂੰ ਪਰਵਾਹ ਨਹੀਂ ਸੀ ਕਿ ਕੋਈ ਮੈਨੂੰ ਕੀ ਕਹੇਗਾ, ਉਹਨੂੰ ਕੋਈ ਚਿੰਤਾ ਨਹੀਂ ਸੀ ਕਿ ਕੋਈ ਮੈਨੂੰ ਕੀ ਕਹੇਗਾ। ਉਹ ਸਿਰਫ ਔਰ ਸਿਰਫ ਸਦੀਪਕ ਜੀਵਨ ਪਾਉਣਾ ਚਾਹੁੰਦਾ ਸੀ। ਉਸ ਸਮੇਂ ਯਿਸੂ ਦੇ ਵਿੱਚ ਤੇ ਉਥੋਂ ਦੇ ਸਿਖਾਉਣ ਵਾਲਿਆਂ ਦੇ ਵਿੱਚ ਬੜੇ ਮਤਭੇਦ ਸੀ। ਯਿਸੂ ਮਸੀਹ ਸਵਰਗ ਦੀਆਂ ਗੱਲਾਂ ਕਰਦਾ ਸੀ, ਉਹ ਧਰਮ ਦੇ ਠੇਕੇਦਾਰ ਬਣੇ ਸੀ। ਉਹਨੇ ਇਹ ਨਹੀਂ ਸੋਚਿਆ, ਉਹਨੇ ਇਹ ਪਰਵਾਹ ਨਹੀਂ ਕੀਤੀ ਕਿ ਮੈਨੂੰ ਧਰਮ ਦੇ ਠੇਕੇਦਾਰ ਕੀ ਕਹਿਣਗੇ। ਉਹਨੇ ਇਹ ਨਹੀਂ ਸੋਚਿਆ ਕਿ ਮੈਨੂੰ ਮੇਰੀ ਸੁਸਾਇਟੀ ਕੀ ਕਹੇਗੀ। ਇੱਕ ਅਮੀਰ ਇਨਸਾਨ ਆ, ਮੈਨੂੰ ਮੇਰੀ ਸੁਸਾਇਟੀ ਕੀ ਕਹੇਗੀ। ਉਹਨੇ ਇਹ ਸਭ ਦੀ ਪਰਵਾਹ ਕੀਤੇ ਬਿਨਾ ਉਹ ਯਿਸੂ ਮਸੀਹ ਦੇ ਕੋਲ ਆਇਆ। ਔਰ ਚੌਥੀ ਗੱਲ, ਉਹ ਸਹੀ ਸਮੇਂ ਤੇ ਆਇਆ। ਨੰਬਰ 1, ਉਹ ਸਹੀ ਰਾਹ ਤੇ ਆਇਆ। ਨੰਬਰ 2, ਉਹ ਸਹੀ ਮਕਸਦ ਦੇ ਨਾਲ ਆਇਆ। ਨੰਬਰ 3, ਉਹ ਸਹੀ ਜਗ੍ਹਾ ਤੇ ਆਇਆ ਜਾਂ ਸਹੀ ਸਥਾਨ ਤੇ ਆਇਆ। ਨੰਬਰ 4, ਉਹ ਸਹੀ ਸਮੇਂ ਤੇ ਆਇਆ ਜਦੋਂ ਨੌਜਵਾਨ ਹੀ ਸੀ। ਇਹ ਸਮੇਂ ਜਿਸ ਉਮਰ ਚੋਂ ਉਹ ਲੰਘ ਰਿਹਾ ਆ, ਉਸ ਸਮੇਂ ਲੋਕ ਸੋਚਦੇ ਨੇ ਆਪਣੇ ਕੈਰੀਅਰ ਦੇ ਬਾਰੇ, ਉਸ ਸਮੇਂ ਲੋਕ ਸੋਚਦੇ ਨੇ ਆਪਣੀ ਲਾਈਫ ਦੇ ਬਾਰੇ, ਉਸ ਸਮੇਂ ਲੋਕ ਸੋਚਦੇ ਨੇ ਕੁਝ ਹੋਰ ਵੀ ਵੱਧ ਬਣ ਜਾਈਏ। ਪਰ ਆਪਣੀ ਜਵਾਨੀ ਦੇ ਵਿੱਚ ਇਸ ਇਨਸਾਨ ਨੂੰ ਸੋਚ ਕਾਹਦੀ ਪਈ ਆ ਕਿ ਮੈਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਦੀਪਕ ਜੀਵਨ ਮਿਲ ਜਾਵੇ। ਖਾਸ ਕਰਕੇ ਸੁਣ ਰਹੇ ਮੈਂ ਨੌਜਵਾਨ ਬੱਚਿਆਂ ਦੇ ਲਈ ਇਸ ਗੱਲ ਤੇ ਜ਼ੋਰ ਦੇਣਾ ਚਾਹੁੰਦਾ ਆ। ਇਸ ਨੌਜਵਾਨ ਵੱਲ ਵੇਖੋ, ਇਹ ਆਪਣੀ ਜਵਾਨੀ ਦੇ ਵਿੱਚ ਹੀ ਪਰਮੇਸ਼ਰ ਦੇ ਕੋਲ ਆ ਗਿਆ। ਇਹ ਸਹੀ ਸਮੇਂ ਤੇ ਆ ਗਿਆ। ਅੱਜ ਜ਼ਿਆਦਾ ਸੋਚ ਕੀ ਆ, ਜਦੋਂ ਸਰੀਰ ਕੰਮ ਕਰਨਾ ਬੰਦ ਕਰ ਦੇਵੇ, ਜਦੋਂ ਅਸੀਂ ਕਿਸੇ ਯੋਗੇ ਨਾ ਰਹੀਏ, ਜਦੋਂ ਅਸੀਂ ਹਰ ਪਾਸਿਓਂ ਧੱਕੇ ਜਾਈਏ, ਦੁਨੀਆ ਵੀ ਸਾਨੂੰ ਨਿਕੰਮਾ ਸਮਝੇ, ਤੇ ਫੇਰ ਅਸੀਂ ਕੀ ਕਰਦੇ ਹਾਂ? ਪਰਮੇਸ਼ਰ ਦੇ ਕੋਲ ਆਉਂਦੇ ਹਾਂ। ਕਈ ਜਗ੍ਹਾ ਤੇ ਮੈਂ ਦੇਖਦਾ, ਕਈ ਜਗ੍ਹਾ ਤੇ ਜਿਹੜਾ ਘਰ ਦਾ ਸਭ ਤੋਂ ਮਾੜਾ ਜਾਂ ਘਰ ਦਾ ਸਭ ਤੋਂ ਸਤਾਉਣ ਵਾਲਾ ਜਾਂ ਘਰ ਦਾ ਸਭ ਤੋਂ ਨਿਕੰਮਾ ਪਰਿਵਾਰ ਦਾ ਮੈਂਬਰ ਹੋਏਗਾ ਨਾ, ਮੇਰੇ ਨਾਲ ਹੋਇਆ ਕਈ ਵਾਰ। ਮੈਨੂੰ ਲੋਕ ਕਹਿੰਦੇ ਨੇ ਇਹਨੂੰ ਲੈ ਜਾਓ ਤੇ ਇਹਨੂੰ ਕੀ ਕਰੋ, ਪਰਮੇਸ਼ਰ ਦੀ ਸੇਵਾ ਵਾਸਤੇ ਇਸਤੇਮਾਲ ਕਰੋ, ਰੱਬ ਦਾ ਦਾਸ ਬਣਾ ਦਿਓ।
ਪਰ ਪਰਮੇਸ਼ਰ ਦੇ ਵਚਨ ਕੀ ਸੀ? ਪਹਿਲਾ ਫਲ ਪਰਮੇਸ਼ਰ ਨੂੰ ਦੇਣਾ ਆ। ਪਰਿਵਾਰ ਦਾ ਇੰਟੈਲੀਜੈਂਟ, ਜਿਹਦੇ ਤੇ ਤੁਹਾਨੂੰ ਸਰੀਰਕ ਤੌਰ ਤੇ ਆਸਾਂ ਨੇ ਨਾ, ਇਹ ਪਰਿਵਾਰ ਦਾ ਕੁਝ ਕਰੇਗਾ, ਉਹੋ ਜਿਹਾ ਬੱਚਾ ਸੇਵਾ ਵਾਸਤੇ ਦੇਣਾ ਆ। ਪਰਿਵਾਰ 'ਚ ਸਭ ਤੋਂ ਹੋਣਹਾਰ ਬੱਚਾ ਸੇਵਾ ਦੇ ਲਈ ਦੇਣਾ, ਜੇ ਦੇਣਾ ਆ ਤੇ ਕਚਰਾ ਨਹੀਂ। ਇਸ ਇਨਸਾਨ ਨੂੰ ਵੇਖੋ, ਲਿਖਿਆ ਜਦੋਂ ਨੌਜਵਾਨ ਹੀ ਸੀ ਉਦੋਂ ਹੀ ਉਹ ਯਿਸੂ ਕੋਲ ਆਇਆ। ਪੜ੍ਹੀਏ ਉਪਦੇਸ਼ਕ 12 ਦੀ ਇੱਕ ਵਚਨ, ਜਰਾ ਉਪਦੇਸ਼ਕ 12 ਬਾਬ ਉਹਦਾ ਇੱਕ ਵਚਨ ਪੜ੍ਹ ਲਈਏ। ਆਪਣੀ ਜਵਾਨੀ ਦੇ ਦਿਨੀ ਆਪਣੇ ਕਰਤਾਰ ਨੂੰ ਚੇਤੇ ਰੱਖ। ਹਾਲੇਲੂਇਆ। ਵਚਨ ਵੀ ਕਹਿੰਦਾ ਆਪਣੀ ਜਵਾਨੀ ਦੇ ਦਿਨਾਂ ਦੇ ਵਿੱਚ ਆਪਣੇ ਕਰਤਾਰ ਨੂੰ ਤੂੰ ਕੀ ਕਰ? ਚੇਤੇ ਰੱਖ। ਹਾਂ, ਜਦ ਕਿ ਉਹ ਮਾੜੇ ਦਿਨ ਅਜੇ ਨਹੀਂ ਉਹ ਆਏ। ਮਾੜੇ ਦਿਨ ਹਜੇ ਨਹੀਂ ਆਏ। ਹਾਂ, ਅਤੇ ਉਹ ਵਰੇ ਅਜੇ ਨੇੜੇ ਨਹੀਂ ਪੁੱਜੇ। ਹਾਂ, ਜਿਨ੍ਹਾਂ ਵਿੱਚ ਤੂੰ ਆਖੇਗਾ ਇਹਨਾਂ ਵਿੱਚ ਮੈਨੂੰ ਕੁਝ ਖੁਸ਼ੀ ਨਹੀਂ। ਹਾਂ। ਬੁਢਾਪੇ ਦੇ ਵਿੱਚ ਜਦੋਂ ਚਲਾ ਗਿਆ ਉਦੋਂ ਆਪਣੇ ਕਰਤਾਰ ਨੂੰ ਚੇਤੇ ਰੱਖਣ ਦਾ ਕੋਈ ਫਾਇਦਾ ਨਹੀਂ ਆ। ਸਹੀ ਸਮੇਂ ਤੇ ਪਰਮੇਸ਼ਰ ਦੇ ਕੋਲ ਪਹੁੰਚੋ। ਬੁੱਢੇ ਹੋਣ ਦਾ ਇੰਤਜ਼ਾਰ ਨਾ ਕਰੋ। ਨੌਜਵਾਨੀ 'ਚ ਹੀ, ਜਦੋਂ ਤੁਸੀਂ ਜੋਸ਼ ਨਾਲ ਭਰਪੂਰ ਹੋ, ਜਦੋਂ ਤੁਸੀਂ ਬਲ ਦੇ ਨਾਲ ਭਰਪੂਰ ਹੋ, ਉਦੋਂ ਹੀ ਯਿਸੂ ਮਸੀਹ ਦੇ ਕੋਲ ਆਓ। ਇਸ ਇਨਸਾਨ ਦੇ ਵਿੱਚ ਚਾਰ ਜਿਹੜੀਆਂ ਇੱਕ ਇੱਕ ਕਰਕੇ ਅਸੀਂ ਵਰਣਨ ਕੀਤੀਆਂ। ਨੰਬਰ 1, ਉਹ ਸਹੀ ਰਾਹ ਤੇ ਆਇਆ। ਨੰਬਰ 2, ਉਹ ਸਹੀ ਮਕਸਦ ਦੇ ਨਾਲ ਆਇਆ। ਨੰਬਰ 3, ਉਹ ਸਹੀ ਜਗ੍ਹਾ ਤੇ ਆਇਆ। ਨੰਬਰ 4, ਉਹ ਸਹੀ ਸਮੇਂ ਤੇ ਆਇਆ। ਇੰਨੀਆਂ ਖੂਬੀਆਂ ਨੇ ਇਹਦੇ ਵਿੱਚ, ਇੰਨੇ ਗੁਣਾਂ ਦੇ ਨਾਲ ਇਹ ਬੱਚਾ ਭਰਿਆ ਆ। ਇੰਨੇ ਗੁਣਾਂ ਦੇ ਨਾਲ ਇਹ ਨੌਜਵਾਨ ਭਰਪੂਰ ਆ। ਪਰ ਤਾਂ ਵੀ ਉਹਨੂੰ ਲੱਗਦਾ ਆ ਕਿ ਮੇਰੇ ਵਿੱਚ ਕੋਈ ਨਾ ਕੋਈ ਹਜੇ ਕੀ ਆ? ਕਮੀ ਹੈਗੀ ਆ। ਪੜ੍ਹੀਏ ਜਰਾ 10 ਦੀ 17 ਦੁਬਾਰਾ। ਜਦੋਂ ਬਾਹਰ ਨਿਕਲ ਕੇ ਰਾਹ ਵੱਲ ਚਲਿਆ ਜਾਂਦਾ ਸੀ, ਜਦੋਂ ਯਿਸੂ ਮਸੀਹ ਬਾਹਰ ਨਿਕਲ ਕੇ ਰਾਹ ਵੱਲ ਚਲਿਆ ਜਾਂਦਾ ਸੀ, ਇੱਕ ਜਣਾ ਉਹਦੇ ਕੋਲ ਦੌੜਿਆ ਆਇਆ। ਇੱਕ ਜਣਾ ਉਹਦੇ ਕੋਲ ਦੌੜਿਆ ਆਇਆ ਅਤੇ ਉਹਦੇ ਅੱਗੇ ਗੋਡੇ ਨਿਵਾ ਕੇ ਉਹਦੇ ਅੱਗੇ ਗੋਡੇ ਨਵਾ ਕੇ ਉਹਨੂੰ ਪੁੱਛਿਆ, ਉਹਨੂੰ ਕਹਿੰਦਾ ਆ, ਸਤਿਗੁਰ ਜੀ ਮੈਂ ਕੀ ਕਰਾਂ ਮੈਂ ਕੀ ਕਰਾਂ ਜੋ ਸਦੀਪਕ ਜੀਵਨ ਦਾ ਅਧਿਕਾਰੀ ਹੋਵਾਂ? ਜੋ ਸਦੀਪਕ ਜੀਵਨ ਦਾ ਕੀ ਹੋਵਾਂ? ਅਧਿਕਾਰੀ ਹੋਵਾਂ। ਯਿਸੂ ਮਸੀਹ ਦੇ ਕੋਲ ਆ ਕੇ ਇਹ ਗੱਲਾਂ ਕਰ ਰਿਹਾ ਆ। ਹਾਲਾਂਕਿ ਇੰਨੀਆਂ ਉਹਦੇ ਵਿੱਚ ਹਜੇ ਕੀ ਨੇ? ਖੂਬੀਆਂ ਹੈਗੀਆਂ ਨੇ, ਪਰ ਉਹਨੂੰ ਕਿਤੇ ਨਾ ਕਿਤੇ ਲੱਗਦਾ ਆ ਕਿ ਮੈਨੂੰ ਜੋ ਅਨੰਤ ਜੀਵਨ ਮਿਲਣਾ ਚਾਹੀਦਾ ਆ, ਮੈਨੂੰ ਜੋ ਅਨੰਤ ਜੀਵਨ 'ਚ ਪ੍ਰਵੇਸ਼ ਕਰਨਾ ਚਾਹੀਦਾ, ਹਜੇ ਉਹਦੇ ਵਿੱਚ ਮੈਨੂੰ ਕੋਈ ਕਮੀ ਨਜ਼ਰ ਆਉਂਦੀ ਆ, ਮੈਨੂੰ ਕੋਈ ਘਾਟਾ ਨਜ਼ਰ ਆਉਂਦਾ ਆ। ਇਸ ਕਰਕੇ ਪ੍ਰਭੂ ਜੀ ਮੈਨੂੰ ਦੱਸੋ ਮੇਰੇ 'ਚ ਕੀ ਕਮੀ ਰਹਿ ਗਈ ਆ। ਮੈਂ ਸਹੀ ਸਮੇਂ ਤੇ ਵੀ ਆ, ਮੈਂ ਸਹੀ ਰਾਹ ਤੇ ਵੀ ਆ, ਮੈਂ ਸਹੀ ਮਕਸਦ ਨਾਲ ਵੀ ਆ, ਔਰ ਮੈਂ ਸਹੀ ਜਗ੍ਹਾ ਤੇ ਵੀ ਆ, ਪਰ ਤਾਂ ਵੀ ਮੈਨੂੰ ਲੱਗਦਾ ਆ ਕਿ ਮੇਰੇ ਜੀਵਨ 'ਚ ਕੋਈ ਕਮੀ ਹੈਗੀ ਆ। ਤੋ ਇੱਕ ਵਚਨ ਪੜ੍ਹੀਏ, ਯੂਹੰਨਾ ਦੀ ਇੰਜੀਲ 14 ਬਾਬ 15 ਆਇਤ। ਯੂਹੰਨਾ ਦੀ ਇੰਜੀਲ 14 ਬਾਬ 15 ਆਇਤ। ਜੇ ਤੁਸੀਂ ਮੈਨੂੰ ਪਿਆਰ ਕਰਦੇ ਹੋ, ਕਹਿੰਦਾ ਜੇਕਰ ਤੁਸੀਂ ਮੈਨੂੰ ਪਿਆਰ ਕਰਦੇ ਹੋ ਤਾਂ ਮੇਰੇ ਹੁਕਮਾਂ ਦੀ ਪਾਲਣਾ ਕਰੋਗੇ। ਮੇਰੇ ਹੁਕਮਾਂ ਦੀ ਤੁਸੀਂ ਪਾਲਣਾ ਕਰੋਗੇ। ਹਾਂ, ਅਤੇ ਮੈਂ ਆਪਣੇ ਪਿਤਾ ਤੋਂ ਮੰਗਾਂਗਾ, ਮੈਂ ਆਪਣੇ ਪਿਤਾ ਤੋਂ ਮੰਗਾਂਗਾ, ਔਰ ਉਹ ਤੁਹਾਨੂੰ ਦੂਜਾ ਸਹਾਇਕ ਬਖਸ਼ੇਗਾ। ਹਾਂ। ਕਹਿੰਦਾ ਜੇਕਰ ਤੁਸੀਂ ਇਹਦਾ ਪਹਿਲੇ ਪਾਠ ਤੇ ਅਸੀਂ ਗੌਰ ਕਰਦੇ ਹਾਂ। ਕਹਿੰਦਾ ਜੇਕਰ ਤੁਸੀਂ ਮੈਨੂੰ ਪਿਆਰ ਕਰਦੇ ਹੋ ਤੇ ਤੁਸੀਂ ਕੀ ਕਰੋਗੇ? ਮੇਰੇ ਹੁਕਮਾਂ ਨੂੰ ਪਾਲਣਾ ਕਰੋਗੇ। ਮੇਰੇ ਪਿਆਰੋ, ਜੇਕਰ ਤੁਸੀਂ ਵੀ ਸਦੀਪਕ ਜੀਵਨ ਪਾਉਣਾ ਚਾਹੁੰਦੇ ਹੋ ਨਾ, ਤੇ ਉਹਦੇ ਹੁਕਮਾਂ ਦੀ ਕੀ ਕਰਨੀ ਪਵੇਗੀ? ਪਾਲਣਾ ਕਰਨੀ ਪਵੇਗੀ। ਸਵਰਗ ਦੇ ਰਾਜ ਬਾਰੇ ਪੜ੍ਹਦੇ ਬੜੀਆਂ ਉਦਾਹਰਨਾਂ ਦਿੱਤੀ ਗਈਆਂ, ਪਰ ਅੱਜ ਮੈਂ ਇੱਕ ਉਦਾਹਰਨ ਦੇਣ ਲਈ ਜਾ ਰਿਹਾ, ਸ਼ਾਇਦ ਤੁਹਾਨੂੰ ਚੰਗੀ ਲੱਗੇ ਜਾਂ ਨਾ ਲੱਗੇ। ਸਵਰਗ ਦਾ ਰਾਜ ਵੀ ਸਾਡੇ ਅੱਜ ਦੇ ਸਿਸਟਮ ਦੇ ਰਾਜ ਵਰਗਾ ਹੀ ਆ। ਸਵਰਗ ਦਾ ਰਾਜ ਵੀ ਐਸੇ ਮਾਹੌਲ ਵਰਗਾ ਹੀ ਆ। ਨਿਯਮਾਂ ਦੀ ਪਾਲਣਾ ਕਰੋਗੇ, ਬਚੇ ਰਹੋਗੇ। ਨਿਯਮਾਂ ਤੋਂ ਬਾਹਰ ਜਾਓਗੇ ਤੇ ਮੌਤ ਕਰੋਨਾ ਵਾਇਰਸ ਦੇ ਰੂਪ 'ਚ ਤੁਹਾਨੂੰ ਲੱਭ ਰਹੀ ਆ। ਜਿਸ ਤਰ੍ਹਾਂ ਸ਼ੈਤਾਨ ਲੱਭਦਾ ਨਾ ਬੁੱਕ ਦੇ ਸ਼ੀ ਵਾਂਗੂ। ਬਾਈਬਲ ਦੇ ਵਚਨਾਂ ਦੇ ਅਨੁਸਾਰ ਆਪਣਾ ਜੀਵਨ ਬਤੀਤ ਕਰੀਏ, ਬਾਈਬਲ ਦੇ ਨਿਯਮਾਂ ਦੇ ਅਨੁਸਾਰ ਆਪਣਾ ਜੀਵਨ ਬਤੀਤ ਕਰੀਏ, ਹਮੇਸ਼ਾ ਦਾ ਜੀਵਨ ਤੁਹਾਡਾ ਹੀ ਆ।
ਜੇ ਨਿਯਮ ਤੋਂ ਬਾਹਰ ਜਾਓਗੇ, ਜਿਸ ਤਰ੍ਹਾਂ ਚ ਕਰੋਨਾ ਵਾਇਰਸ ਮੌਤ ਦੇ ਰੂਪ ਚ ਫਿਰ ਰਿਹਾ ਨਾ, ਉਸ ਤਰ੍ਹਾਂ ਸ਼ੈਤਾਨ ਤੁਹਾਨੂੰ ਬੁੱਕ ਦੇ ਛੀ ਵਾਂਗੂ ਲੱਭ ਰਿਹਾ। ਤੂੰ ਜਰਾ ਜਿੰਨਾ ਬਾਈਬਲ ਦੇ ਨਿਯਮਾਂ ਚੋਂ ਬਾਹਰ ਆ। ਕਹਿੰਦਾ ਜੇ ਤੁਸੀਂ ਮੈਨੂੰ ਪਿਆਰ ਕਰਦੇ ਹੋ ਤੇ ਤੁਸੀਂ ਮੇਰੇ ਨਿਯਮਾਂ ਨੂੰ ਕੀ ਕਰੋਗੇ? ਪੂਰਿਆਂ ਵੀ ਕਰੋਗੇ। ਇੱਕ ਵਚਨ ਹੋਰ ਪੜ੍ਹੀਏ ਜੀ, ਪਹਿਲਾ ਯੋਹੰਨਾ 5:3 ਪਹਿਲਾ ਯੋਹੰਨਾ 5:3 ਕਿਉਂ ਜੋ ਪਰਮੇਸ਼ਵਰ ਦਾ ਪ੍ਰੇਮ ਇਹ ਹੈ ਭਈ ਅਸੀਂ ਉਹਦੇ ਹੁਕਮਾਂ ਦੀ ਪਾਲਣਾ ਕਰੀਏ। ਹਾਂ, ਅਤੇ ਉਹਦੇ ਹੁਕਮ ਔਖੇ ਨਹੀਂ ਹਨ। ਹਾਂ, ਕਹਿੰਦਾ ਉਹਦੇ ਹੁਕਮ ਕੋਈ ਔਖੇ ਨਹੀਂ ਆ। ਜੇਕਰ ਤੁਸੀਂ ਉਹਨੂੰ ਪਿਆਰ ਕਰਦੇ ਹੋ ਤੇ ਉਹਦੇ ਹੁਕਮਾਂ ਦੀ ਪਾਲਣਾ ਕਰੋ ਤੇ ਡਰੋ ਨਾ, ਉਹਦੇ ਹੁਕਮ ਔਖੇ ਹੁਕਮ ਨਹੀਂ ਆ। ਮੈਂ ਪਰਮੇਸ਼ਰ ਦਾ ਧੰਨਵਾਦ ਕਰਨਾ, ਪਿਛਲੇ 1 ਮਹੀਨੇ ਤੋਂ ਅਸੀਂ ਹਰ ਐਤਵਾਰ ਔਰ ਹਰ ਵੀਰਵਾਰ ਇਸ ਜਗ੍ਹਾ ਤੇ ਬੈਠ ਕੇ ਪਰਮੇਸ਼ਰ ਦਾ ਵਚਨ ਸੁਣ ਰਹੇ ਹਾਂ। ਪਰ ਜੇਕਰ ਪਰਮੇਸ਼ਰ ਨੇ ਚਾਹਿਆ, ਜੇਕਰ ਪਰਮੇਸ਼ਰ ਦੀ ਮਰਜ਼ੀ ਆ, ਤਾਂ ਕੱਲ ਤੋਂ ਲਗਾਤਾਰ ਅਸੀਂ ਹਰ ਰੋਜ਼ 11 ਵਜੇ, ਕੱਲ ਤੋਂ ਲਗਾਤਾਰ ਜਦ ਤੱਕ ਪਰਮੇਸ਼ਰ ਸਮਾਂ ਦਿੰਦਾ ਆ, ਜਦ ਤੱਕ ਪਰਮੇਸ਼ਰ ਮੌਕਾ ਦਿੰਦਾ ਆ, 11 ਵਜੇ ਅਸੀਂ ਵਚਨ ਸ਼ੁਰੂ ਕਰਾਂਗੇ। ਕਿਉਂਕਿ ਉਸ ਤੋਂ ਬਾਅਦ ਪਰਮੇਸ਼ਰ ਦਾਸ ਪਾਸਟਰ ਹੈਰੀ ਜੀ ਦਾ ਵਚਨ 12 ਵਜੇ ਸ਼ੁਰੂ ਕਰਦੇ ਨੇ। ਇਸ ਕਰਕੇ ਅਸੀਂ 11 ਤੋਂ 12 ਵਜੇ ਤੱਕ ਅਸੀਂ ਲਾਈਵ ਹੋਵਾਂਗੇ, ਜਦ ਤੱਕ ਵੀ ਪਰਮੇਸ਼ਰ ਇਜਾਜ਼ਤ ਦਿੰਦਾ, ਜਦ ਤੱਕ ਪਰਮੇਸ਼ਰ ਆਪਣੇ ਵਚਨ ਦਿੰਦਾ ਆ। ਇਸ ਕਾਰਨ ਪਰਮੇਸ਼ਰ ਚਾਹੁੰਦਾ ਕਿ ਇਸ ਸਮੇਂ ਦੇ ਵਿੱਚ ਅਸੀਂ ਆਪਣੇ ਆਪ ਨੂੰ ਜਾਂਚੀਏ, ਅਸੀਂ ਆਪਣੇ ਆਪ ਨੂੰ ਪਰਖੀਏ ਕਿ ਹੁਣ ਜੇ ਕੋਈ ਘਾਟਾ ਤੇ ਨਹੀਂ ਰਹਿ ਗਿਆ, ਕੋਈ ਕਮੀ ਤੇ ਨਹੀਂ ਰਹਿ ਗਈ। ਜਿਸ ਤਰ੍ਹਾਂ ਉਹ ਵੀ ਇਨਸਾਨ ਸਹੀ ਸਮੇਂ ਤੇ ਸੀ, ਸਹੀ ਰਾਹ ਤੇ ਸੀ, ਸਹੀ ਮਕਸਦ ਨਾਲ ਸੀ ਔਰ ਸਹੀ ਰਾਹ ਤੇ ਸੀ, ਤਾਂ ਵੀ ਉਹਨੂੰ ਲੱਗਾ ਕਿ ਕਿਸੇ ਚੀਜ਼ ਦਾ ਕੀ ਆ। ਇਸ ਸਮੇਂ ਮੇਰੇ ਪਿਆਰਿਓ, ਆਪਣੇ ਜੀਵਨਾਂ ਨੂੰ ਜਾਂਚਣ ਦਾ ਸਮਾਂ ਆ। ਸਾਡੇ ਅੰਦਰ ਕਿਸ ਗੱਲ ਦਾ ਘਾਟਾ ਜੇ ਸਾਨੂੰ ਨਹੀਂ ਨਾ ਸਮਝ ਲੱਗ ਰਹੀ, ਅਸੀਂ ਇਸ ਵਿਸ਼ੇ ਨੂੰ ਇਸ ਲੜਕੇ ਦੀ ਤਰ੍ਹਾਂ ਪਰਮੇਸ਼ਰ ਦੇ ਅੱਗੇ ਰੱਖੀਏ। ਪ੍ਰਭੂ ਜੀ ਤੁਸੀਂ ਦੱਸੋ, ਪ੍ਰਭੂ ਜੀ ਤੁਸੀਂ ਦੱਸੋ, ਮੇਰੇ ਜੀਵਨ ਦੇ ਵਿੱਚ ਕਿਸ ਚੀਜ਼ ਦਾ ਘਾਟਾ ਆ। ਪ੍ਰਭੂ ਤੁਹਾਡੇ ਨਾਲ ਗੱਲ ਕਰੇਗਾ, ਪ੍ਰਭੂ ਆਪਣੇ ਵਚਨਾਂ ਦੇ ਦੁਆਰਾ ਤੁਹਾਡੇ ਨਾਲ ਗੱਲ ਕਰੇਗਾ। ਪਰ ਇੱਕ ਸ਼ਰਤ ਆ, ਉਹਨਾਂ ਵਚਨਾਂ ਨੂੰ ਫਿਰ ਮੰਨਣਾ ਪੈਣਾ ਆ। ਜੇ ਨਾ ਮੰਨੇ ਤੇ ਫਿਰ ਘਾਟਾ ਤੇ ਹੀ ਹੈ, ਤੇ ਇਹ ਘਾਟਾ ਬੜੇ ਵੱਡੇ ਨੁਕਸਾਨ 'ਚ ਬਦਲੇਗਾ। ਹਾਲੇਲੂਇਆ। ਕੀ ਕਹਿੰਦਾ ਲੜਕਾ? ਪ੍ਰਭੂ ਮੈਨੂੰ ਦੱਸੋ ਮੇਰੇ ਜੀਵਨ ਦੇ ਵਿੱਚ ਹੁਣ ਕਿਸ ਚੀਜ਼ ਦਾ ਕੀ ਆ ਘਾਟਾ ਆ। तो पढ़ दिए जी इदा 19 आयत तो पढ़ दिए। तू हुक्मां नूं जानदा है। यीशु मसीह ने एक गल कही, कहता तू हुक्मां नूं जानदा है। हाँ। खून ना कर, खून ना कर, जना ना कर, हाँ, चोरी ना कर, हाँ, झूठी गवाही ना दे, हाँ, ठगी ना कर, हाँ, अपने मां प्यो दा आदर कर। हाँ। उसने ओनू कहा, गुरु जी मैं अपने बालक पुणे तो उन्हां सबना नूं ਮੰਨਦਾ ਆਇਆ ਹਾਂ। ਉਹਨੂੰ ਕਹਿੰਦਾ ਪ੍ਰਭੂ ਜੀ ਇਹ ਗੱਲਾਂ ਸਾਰੀਆਂ ਜਿੰਨੀਆਂ ਤੁਸੀਂ ਕਹਿ ਰਹੇ ਹੋ ਨਾ, ਮੈਂ ਆਪਣੇ ਬਚਪਨ ਤੋਂ ਹੀ ਇਹ ਸਭ ਗੱਲਾਂ ਕੀ ਕਰਦਾ ਆ ਰਿਹਾ ਆ, ਮੰਨਦਾ ਆ ਰਿਹਾ ਹਾਂ। ਯਿਸੂ ਨੇ ਉਹਦੀ ਵੱਲ ਵੇਖ ਕੇ ਉਹਨੂੰ ਪਿਆਰ ਕੀਤਾ। ਯਿਸੂ ਮਸੀਹ ਨੇ ਉਹਨੂੰ ਕੀ ਕੀਤਾ? ਕਿੰਨਾ ਵਧੀਆ ਲਫ਼ਜ਼ ਹੈ। ਕਹਿੰਦਾ ਪ੍ਰਭੂ ਨੇ ਉਹਨੂੰ ਕੀ ਕੀਤਾ? ਪਿਆਰ ਕਿਸ ਤਰ੍ਹਾਂ ਕੀਤਾ ਹੋਵੇਗਾ? ਘੁਟਨੇ ਟੇਕੇ ਨੇ, ਯਿਸੂ ਮਸੀਹ ਦੇ ਸਾਹਮਣੇ ਆਓ ਤੇ ਮੈਨੂੰ ਲੱਗਦਾ ਯਿਸੂ ਮਸੀਹ ਥੱਲੇ ਬੈਠ ਗਏ ਹੋਣਗੇ ਤੇ ਉਹਨੂੰ ਗਲ ਚ ਲਿਆ ਹੋਏਗਾ, ਉਹਨੂੰ ਚੁੰਮਿਆ ਹੋਏਗਾ। ਸੱਚਮੁੱਚ ਤੂੰ ਮੈਨੂੰ ਪਿਆਰ ਕਰਦਾ ਆ। ਤਾਂ ਇਹਦੇ ਵਚਨ ਕਹਿੰਦੇ ਨੇ ਜੇਕਰ ਤੁਸੀਂ ਮੈਨੂੰ ਪਿਆਰ ਕਰਦੇ ਹੋ ਤੇ ਮੇਰੇ ਹੁਕਮਾਂ ਨੂੰ ਕੀ ਕਰੋ। ਉਹਨੂੰ ਪਤਾ ਇਹ ਬੱਚਾ, ਇਹ ਇਨਸਾਨ, ਇਹ ਨੌਜਵਾਨ ਮੇਰੇ ਹੁਕਮਾਂ ਨੂੰ ਮੰਨਣ ਵਾਲਾ ਆ। ਜਿਹੜੇ ਉਹਦੇ ਹੁਕਮਾਂ ਨੂੰ ਮੰਨਦੇ ਨੇ ਉਹ ਪਰਮੇਸ਼ਰ ਦੇ ਪਿਆਰ ਦੇ ਅਧਿਕਾਰੀ ਹੋਣਗੇ, ਪਰਮੇਸ਼ਰ ਦੇ ਪਿਆਰ ਦੇ ਵਾਰਸ ਹੋਣਗੇ। ਪਰਮੇਸ਼ਰ ਉਹਨਾਂ ਨਾਲ ਪਿਆਰ ਕਰੇਗਾ। ਇਸ ਇਨਸਾਨ ਨਾਲ ਵੀ ਕੀ ਕੀਤਾ ਹੈ? ਪਿਆਰ ਕੀਤਾ। ਜੇ ਤੁਸੀਂ ਚਾਹੁੰਦੇ ਹੋ ਅੱਜ ਪਰਮੇਸ਼ਰ ਤੁਹਾਨੂੰ ਪਿਆਰ ਕਰਨਾ ਸ਼ੁਰੂ ਕਰ ਦੇ, ਤੁਸੀਂ ਉਹਦੇ ਵਚਨਾਂ ਨੂੰ ਪਿਆਰ ਕਰਨਾ ਸ਼ੁਰੂ ਕਰ ਦਿਓ। ਜੇਕਰ ਤੁਸੀਂ ਚਾਹੁੰਦੇ ਪਰਮੇਸ਼ਰ ਤੁਹਾਨੂੰ ਪਿਆਰ ਕਰੇ, ਤੁਸੀਂ ਉਹਦੇ ਵਚਨਾਂ ਨੂੰ ਪਿਆਰ ਕਰੋ। ਲਿਖਿਆ ਜਦੋਂ ਇਹ ਗੱਲਾਂ ਸੁਣੀਆਂ, ਕਹਿੰਦਾ ਇਹ ਹੁਕਮ ਜਾਣਦਾ ਤੂੰ,
ਤੋ ਲੜਕੇ ਨੇ ਕੀ ਕਿਹਾ? ਕਹਿੰਦਾ ਹਾਂ ਪ੍ਰਭੂ ਜੀ, ਮੈਂ ਬਚਪਨ ਤੋਂ ਹੀ ਕੀ ਕਰਦਾ ਆ। ਮੰਨਦਾ ਹਾਂ। ਤੋ ਲਿਖਿਆ ਯਿਸੂ ਨੇ ਕੀ ਕੀਤਾ? ਦੁਬਾਰਾ ਪੜ੍ਹੀਏ ਜੀ, ਕਿੱਡਾ ਵਧੀਆ ਲਫ਼ਜ਼ ਹੈ। ਉਸਨੇ ਉਸ ਨੂੰ ਕਿਹਾ, ਹਾਂ। ਪ੍ਰਭੂ ਜੀ, ਮੈਂ ਆਪਣੇ ਬਾਲਕਪੁਣੇ ਤੋਂ ਉਹਨਾਂ ਸਭਨਾ ਗੱਲਾਂ ਨੂੰ ਮੰਨਦਾ ਆਇਆ ਹਾਂ। ਜਦੋਂ ਉਹਨੇ ਕਿਹਾ ਪ੍ਰਭੂ ਜੀ ਮੈਂ ਆਪਣੇ ਬਾਲਕ ਪੁਣੇ ਤੋਂ ਹੀ ਇਹ ਸਾਰੇ ਹੁਕਮ ਸਾਰੇ ਕਾਨੂੰਨ ਮੰਨਦਾ ਆ ਰਿਹਾ ਆ, ਹਾਂ, ਯਿਸੂ ਨੇ ਉਹਦੀ ਵੱਲ ਵੇਖ ਕੇ ਉਹਨੂੰ ਪਿਆਰ ਕੀਤਾ। ਯਿਸੂ ਨੇ ਨਾਲੇ ਉਹਦੇ ਵੱਲ ਵੇਖਿਆ ਤੇ ਨਾਲੇ ਉਹਨੂੰ ਕੀ ਕੀਤਾ ਆ? ਪਿਆਰ ਕੀਤਾ। ਮੇਰੇ ਪਿਆਰੋ, ਜੇਕਰ ਤੁਸੀਂ ਪਰਮੇਸ਼ਰ ਦੇ ਹੁਕਮਾਂ ਨੂੰ ਮੰਨਦੇ ਹੋ, ਮੇਰੇ ਪਿਆਰੋ, ਜੇਕਰ ਤੁਸੀਂ ਪਰਮੇਸ਼ਰ ਦੇ ਹੁਕਮਾਂ ਤੇ ਚੱਲਦੇ ਹੋ, ਪਰਮੇਸ਼ਰ ਤੁਹਾਡੇ ਵੱਲ ਵੇਖੇਗਾ ਵੀ, ਤੁਹਾਡੇ ਵੱਲ ਨਜ਼ਰ ਵੀ ਕਰੇਗਾ ਔਰ ਤੁਹਾਨੂੰ ਪਿਆਰ ਵੀ ਕਰੇਗਾ। ਪਿਆਰ ਕੀਤਾ, ਉਹਦੇ ਵੱਲ ਦੇਖਿਆ, ਫਿਰ ਕੀ ਕਹਿੰਦੇ ਨੇ? ਹਾਂ, ਅਤੇ ਉਹਨੂੰ ਆਖਿਆ, ਤੇਰੇ ਵਿੱਚ ਇੱਕ ਗੱਲ ਦਾ ਘਾਟਾ ਹੈ। ਅਤੇ ਉਹਨੂੰ ਆਖਿਆ ਕਿ ਤੇਰੇ ਵਿੱਚ ਇੱਕ ਗੱਲ ਦਾ ਘਾਟਾ। ਹੁਣ ਐਕਸਟਰਾ ਵੀ ਹੋ ਗਿਆ ਉਹਦਾ। ਤੁਸੀਂ ਦੇਖੋ, ਇਹ ਇਨਸਾਨ ਦੀਆਂ ਖੂਬੀਆਂ ਨੂੰ ਅਸੀਂ ਦੇਖਿਆ, ਇਹਦੇ 'ਚ 4 ਖੂਬੀਆਂ ਨਜ਼ਰ ਆਈਆਂ ਸਾਨੂੰ। ਉਸ ਤੋਂ ਬਾਅਦ ਪਰਮੇਸ਼ਰ ਨੇ ਜਿਹੜੇ ਨਿਯਮ ਕਹੇ, ਜਿਹੜੇ ਹੁਕਮ ਕਹੇ, ਉਹ ਹੁਕਮਾਂ ਨੂੰ ਕੀ ਕਰਦਾ ਆ ਰਿਹਾ? ਮੰਨਦਾ ਆ ਰਿਹਾ। ਹਾਂਜੀ, ਪਰ ਕਹਿੰਦਾ ਮੈਂ ਹੁਣ ਤੇਰੇ ਵਿੱਚ ਇੱਕ ਚੀਜ਼ ਦਾ ਘਾਟਾ ਦੇਖਦਾ। ਜੇ ਤੂੰ ਸੁਣ ਸਕਦਾ ਆ ਨਾ, ਤੇਰੇ ਵਿੱਚ ਇੱਕ ਗੱਲ ਦਾ ਘਾਟਾ ਹੈ। ਹਾਂ, ਜਾ ਅਤੇ ਜੋ ਕੁਝ ਤੇਰਾ ਹੈ ਵੇਚ ਅਤੇ ਕੰਗਾਲਾਂ ਨੂੰ ਦੇ ਦੇ। ਕਹਿੰਦਾ ਜਾ, ਜੋ ਕੁਝ ਤੇਰਾ ਆ ਨਾ ਉਹਨੂੰ ਵੇਚ, ਤੇ ਵੇਚ ਕੇ ਕੀ ਕਰ? ਕੰਗਾਲਾਂ ਨੂੰ ਦੇ ਦੇ। ਜੋ ਕੁਝ ਵੀ ਤੇਰਾ ਆ ਉਹਨੂੰ ਵੇਚ ਦੇ, ਵੇਚ ਕੇ ਕੰਗਾਲਾਂ ਨੂੰ ਦੇ ਦੇ। ਹੁਣ ਉਸ ਜਵਾਨ ਦੇ ਮਸਲੇ ਦੇ ਵਿੱਚ, ਜਾਂ ਉਸ ਜਵਾਨ ਦੇ ਉਸ ਸਭ ਕੰਮ ਦੇ ਵਿੱਚ ਪੰਗਾ ਕੀ ਸੀ? ਉਹ ਹੁਕਮਾਂ ਨੂੰ ਮੰਨਦਾ ਸੀ, ਉਹ ਸਭ ਕੁਝ ਸਹੀ ਸਮੇਂ ਤੇ ਸੀ, ਸਹੀ ਮਕਸਦ ਨਾਲ ਸੀ, ਸਹੀ ਥਾਂ ਤੇ ਸੀ, ਸਹੀ ਰਾਹ ਤੇ ਸੀ ਉਹ। ਪਰ ਤਾਂ ਵੀ ਇੱਕ ਚੀਜ਼ ਦਾ ਘਾਟਾ ਸੀ ਕਿ ਉਹਦਾ ਜੋ ਵੀ ਕੁਝ ਸੀ ਨਾ, ਉਹਦਾ ਆਪਣੇ ਉਸ ਮਾਲ ਧਨ ਜਾਂ ਆਪਣੀ ਜਾਇਦਾਦ ਉੱਤੇ ਇੰਨਾ ਜ਼ਿਆਦਾ ਧਿਆਨ ਸੀ ਕਿ ਉਹ ਮਸੀਹ ਦਾ ਚੇਲਾ ਨਹੀਂ ਸੀ ਬਣ ਸਕਦਾ। ਉਹ ਕਮੀ ਨਹੀਂ ਸੀ, ਪਰ ਉਹਦਾ ਧਿਆਨ ਜ਼ਿਆਦਾ ਆਪਣੇ ਮਾਲ ਧਨ ਦੇ ਉੱਤੇ, ਆਪਣੀ ਜਾਇਦਾਦ ਦੇ ਉੱਤੇ, ਆਪਣੇ ਬਿਜ਼ਨਸ ਦੇ ਉੱਤੇ। ਪਰਮੇਸ਼ਰ ਨੇ ਕਿਹਾ ਜੋ ਕੁਝ ਤੇਰਾ ਨਾ ਉਹਨੂੰ ਕੀ ਕਰਦੇ? ਇਹੀ ਉਹਦਾ ਮਾਲ ਧਨ, ਉਹਦਾ ਬਿਜ਼ਨਸ, ਉਹਦੀ ਜਾਇਦਾਦ ਉਹਨੂੰ ਉਹਦਾ ਚੇਲਾ ਬਣਨ ਤੋਂ ਕੀ ਕਰ ਰਹੀ ਸੀ? ਇਹ ਧਨ, ਇਹ ਨਿੱਜੀ ਆਨੰਦ, ਇਹ ਕੁਝ ਛੋਟੀਆਂ ਜਿਹੀਆਂ ਗਲਤੀਆਂ ਜਾਂ ਗਲਤ ਦੋਸਤ ਜਾਂ ਜੋ ਵੀ ਪ੍ਰਭੂ ਦੀਆਂ ਮੰਗ। ਤੁਸੀਂ ਇੱਕ ਵਚਨ ਪੜ੍ਹਦੇ ਹੋ, ਲਿਖਿਆ ਜਦੋਂ ਖੇਤ ਦਾ ਮਾਲਕ ਸੁੱਤਾ ਹੋਇਆ ਸੀ ਤੇ ਉਹਦਾ ਵਿਰੋਧੀ ਆਇਆ ਤੇ ਉਹਨੇ ਆ ਕੇ ਕੀ ਕਰ ਦਿੱਤਾ? ਇੱਕ ਜੰਗਲੀ ਬੀਜ ਵੀ ਕੀ ਕਰ ਦਿੱਤਾ? ਬੀਜ ਦਿੱਤਾ। ਸ਼ੈਤਾਨ ਦੇ ਬੜੇ ਤਰੀਕੇ ਨੇ, ਸ਼ੈਤਾਨ ਦੇ ਇਨਸਾਨ ਨੂੰ ਫਸਾਉਣ ਦੇ ਬੜੇ ਤਰੀਕੇ ਨੇ। ਚਾਲਾਂ ਦੇ ਦੁਆਰਾ, ਛੜਯੰਤਰ ਦੇ ਦੁਆਰਾ, ਡਰ ਦੇ ਦੁਆਰਾ, ਇੱਕ ਤੁਹਾਡੇ ਵਾਅਦੇ ਨੂੰ ਰੋਕਣ ਦੇ ਦੁਆਰਾ। ਵਾਅਦੇ ਨੂੰ ਕਿਸ ਤਰ੍ਹਾਂ ਰੋਕਦਾ ਆ? ਤੁਹਾਡੇ ਆਤਮਿਕ ਜੀਵਨ, ਤੁਸੀਂ ਸਭ ਕੁਝ ਸਹੀ ਜੇ, ਤੁਹਾਡੇ ਆਤਮਿਕ ਜੀਵਨ ਦੇ ਵਿੱਚ ਇੱਕ ਗਲਤ ਚੀਜ਼ ਲੈ ਆਏਗਾ ਉਹ। ਤੁਸੀਂ ਸਭ ਇਸ ਲੜਕੇ ਦੀ ਤਰ੍ਹਾਂ ਸਭ ਸਹੀ ਜੇ, ਸਹੀ ਸਗਾ, ਸਹੀ ਸਥਾਨ, ਸਹੀ ਮਕਸਦ, ਸਹੀ ਰਾਹ ਤੇ, ਸਾਰੇ ਹੁਕਮ ਵੀ ਲਗਭਗ ਕੀ ਕਰ ਰਹੇ ਹੋ, ਪਰ ਹੋ ਸਕਦਾ ਤੁਹਾਡੇ ਵਿੱਚ ਇੱਕ ਨਿੱਕੀ ਜਿਹੀ ਬੁਰੀ ਆਦਤ ਹੋਵੇ, ਹੋ ਸਕਦਾ ਤੁਹਾਡੀ ਇੱਕ ਨਿੱਕੀ ਜਿਹੀ ਗਲਤੀ ਹੋਵੇ ਜਿਹੜੀ ਕਿ ਤੁਹਾਡੇ ਆਤਮਿਕ ਵਾਧੇ ਨੂੰ ਕੀ ਕਰ ਰਹੀ ਆ? ਰੋਕ ਰਹੀ ਆ। ਇਹਦੇ ਵਿੱਚ ਵੀ ਗਲਤੀ ਸੀ। ਇਹ ਪਰਮੇਸ਼ਰ ਤੇ ਵੀ ਮਨ ਲਾਉਂਦਾ ਸੀ, ਪਰਮੇਸ਼ਰ ਦੇ ਪਿੱਛੇ ਵੀ ਚੱਲਦਾ ਸੀ, ਹੁਕਮ ਮੰਨਦਾ ਸੀ, ਪਰ ਨਾਲ ਨਾਲ ਆਪਣੇ ਧਨ ਦੌਲਤ ਮਾਲ ਜਾਇਦਾਦ ਨੂੰ ਵੀ ਕੀ ਕਰਦਾ ਸੀ? ਬੜਾ ਤੇਜ਼ ਕਰਦਾ ਸੀ। तो वचन च लिखिया तेरे सन्मुख मेरे अगे कोई होर दूसरा देवता ना होए। तो अपने पूरे दिल, पूरे अपनी जान और पूरे जोर दे नाल मैनू की कर? प्यार कर। तेरा प्यार किसी होर वस्त दे लई नहीं। तेरा इथों तक नहीं कहता, कहता जेकर कोई अपने भैन भरा, अपने माँ बाप, अपने बच्चों नू भी मेरे तो वध प्यारा जानदा ते ओ मेरे जोगी नहीं है। इस कारण परमेश्वर नू जिन्ना प्यार करना ना, उन्हां वास्ते फिर परमेश्वर तो अलावा होर कोई भी प्यारा
ਨਹੀਂ, ਉਹਨਾਂ ਦਾ ਸਭ ਕੁਝ ਪਰਮੇਸ਼ਰ, ਉਹਨਾਂ ਦਾ ਸਭ ਕੁਝ ਪ੍ਰਭੂ। ਜੇਕਰ ਉਹਨਾਂ ਦੇ ਕੁਝ ਕੋਲ ਹੈ ਵੀ ਆ, ਉਹ ਨਹੀਂ ਆ ਕੁਝ ਵੀ, ਇਹਦੇ ਤੋਂ ਵੱਧ ਕੇ ਪਰਮੇਸ਼ਰ ਉਹਨਾਂ ਦੇ ਲਈ। ਪਿਆਰ ਕੀਤਾ ਪਰਮੇਸ਼ਰ ਨੇ ਉਹਨੂੰ, ਦੁਲਾਰ ਕੀਤਾ। ਮੈਂ ਜਦ ਤੱਕ ਮੈਨੂੰ ਸੋਚਦਾ ਚੁੰਮਿਆ ਵੀ ਹੋਵੇਗਾ ਉਹਨੂੰ, ਪਰ ਕਹਿੰਦਾ ਇੱਕ ਕਮੀ ਆ, ਤੂੰ ਪਿਆਰ ਤੇ ਕਰਦਾ ਆ, ਤੂੰ ਪਿਆਰ ਤੇ ਕਰਦਾ ਆ ਮੈਨੂੰ, ਪਰ ਤੂੰ ਕਿਸੇ ਹੋਰ ਚੀਜ਼ ਨੂੰ ਵੀ ਪਿਆਰ ਕਰਦਾ ਆ। ਤੂੰ ਪਿਆਰ ਤੇ ਕਰਦਾ ਆ ਮੈਨੂੰ, ਪਰ ਤੇਰੇ ਜੀਵਨ 'ਚ ਇੱਕ ਗਲਤੀ ਆ ਜਿਹੜੀ ਤੂੰ ਬਾਰ-ਬਾਰ ਦੁਹਰਾਉਂਦਾ ਆ। ਮੈਨੂੰ ਪਤਾ ਤੂੰ ਮੈਨੂੰ ਪਿਆਰ ਕਰਦਾ ਆ, ਪਰ ਤੇਰੇ ਜੀਵਨ 'ਚ ਇੱਕ ਕਮੀ ਆ ਜਿਹੜੀ ਬਾਰ-ਬਾਰ ਸਾਹਮਣੇ ਆਉਂਦੀ ਆ। ਉਹ ਕਮੀ ਤੇਰੇ ਆਤਮਿਕ ਜੀਵਨ ਨੂੰ ਖਾਈ ਜਾ ਰਹੀ ਆ। ਉਹ ਕਮੀ ਤੇਰੇ ਆਤਮਿਕ ਵਾਧੇ ਨੂੰ ਰੋਕ ਰਹੀ ਆ। ਉਹ ਕਮੀ ਤੈਨੂੰ ਅਨੰਤ ਕਾਲ ਦੇ ਜੀਵਨ 'ਚ ਜਾਣ ਤੋਂ ਕੀ ਕਰ ਰਹੀ ਆ? ਛੋਟੀ ਜਿਹੀ ਆ। ਮੇਰੇ ਪਿਆਰਿਓ, ਸੁਣਨ ਵਾਲਿਓ, ਸਾਡੇ ਜੀਵਨਾਂ ਦੇ ਵਿੱਚ ਵੀ, ਆਪਣੇ ਜੀਵਨਾਂ ਨੂੰ ਜੇਕਰ ਝਾਤੀ ਮਾਰੀਏ, ਕੋਈ ਨਾ ਕੋਈ ਛੋਟੀ ਜੀ ਗਲਤੀ ਸਾਨੂੰ ਲੱਭੇਗੀ, ਜਿਹੜੀ ਕਿ ਸਾਨੂੰ ਸਵਰਗ ਦੇ ਰਾਜ ਜਾਂ ਅਨੰਤ ਜੀਵਨ 'ਚ ਜਾਣ ਤੋਂ ਕੀ ਕਰਦੀ ਹੈ? ਰੋਕ ਰਹੀ ਆ। ਇਸ ਕਰਕੇ ਮੇਰੇ ਪਿਆਰਿਓ, ਅੱਜ ਆਪਣੇ ਜੀਵਨਾਂ ਨੂੰ ਜਾਂਚੀਏ, ਆਪਣੇ ਜੀਵਨਾਂ ਨੂੰ ਜਾਂਚੀਏ, ਸਕੈਨ ਕਰੀਏ। ਜੇ ਤੁਹਾਨੂੰ ਕੁਝ ਨਹੀਂ ਸਮਝ ਆ ਰਿਹਾ, ਪਰਮੇਸ਼ਰ ਨੂੰ ਪੁੱਛੀਏ। ਉਹ ਵੀ ਜਾਣਦਾ ਸੀ, ਸ਼ਰ੍ਹਾ ਪੜਦਾ ਸੀ ਸਭ, ਪਰ ਉਹਨੂੰ ਕੋਈ ਸਮਝ ਨਹੀਂ ਸੀ ਆ ਰਿਹਾ। ਆਖ ਕੇ ਫਿਰ ਉਹ ਪਰਮੇਸ਼ਰ ਦੇ ਕਦਮਾਂ 'ਚ ਗਿਆ, ਪ੍ਰਭੂ ਮੈਂ ਆ ਕੁਛ ਕਰਦਾ ਹਾਂ, ਪਰ ਮੈਂ ਸਮਝ ਨਹੀਂ ਰਿਹਾ ਕਿ ਮੇਰੇ ਜੀਵਨ 'ਚ ਹੋਰ ਕਿਸ ਚੀਜ਼ ਦਾ ਘਾਟਾ ਆਇਆ। ਪਰਮੇਸ਼ਰ ਤੁਹਾਡੇ ਨਾਲ ਗੱਲ ਕਰੇਗਾ। ਪਰਮੇਸ਼ਰ ਤੁਹਾਡੀ ਕਮੀ ਤੇ, ਪਰਮੇਸ਼ਰ ਤੁਹਾਡੇ ਘਾਟੇ ਤੇ ਉਂਗਲ ਰੱਖ ਕੇ ਤੁਹਾਨੂੰ ਦੱਸੇਗਾ, ਆਹ ਘਾਟਾ ਆਇਆ ਜਿਹੜਾ ਤੈਨੂੰ ਸਦੀਪਕ ਕਾਲ ਦੇ ਜੀਵਨ ਤੋਂ ਕੀ ਕਰ ਰਿਹਾ ਆ? ਰੋਕ ਰਿਹਾ। ਉਹਨੂੰ ਵੀ ਦੱਸਿਆ ਗਿਆ, ਇਹ ਤੇਰੇ 'ਚ ਘਾਟਾ ਆ। ਪਰਮੇਸ਼ਰ ਚਾਹੁੰਦਾ ਆ ਸਾਡੇ ਜੀਵਨ, ਸਾਡੇ ਵਿਵਹਾਰ, ਸਾਡੇ ਘਰ ਦੇ ਵਿੱਚ ਉਹਨੂੰ ਪਹਿਲਾ ਸਥਾਨ ਮਿਲੇ। ਪਰਮੇਸ਼ਰ ਚਾਹੁੰਦਾ ਆ ਅਸੀਂ ਉਸ ਆਤਮਿਕ ਜੀਵਨ ਦੇ ਵਿੱਚ, ਆਪਣੇ ਲਾਈਫ ਦੇ ਵਿੱਚ ਪਰਮੇਸ਼ਰ ਨੂੰ ਇੱਕ ਨੰਬਰ ਤੇ ਰੱਖੀਏ, ਪਰਮੇਸ਼ਰ ਨੂੰ ਪਿਆਰ ਕਰੀਏ ਪਹਿਲੇ ਨੰਬਰ ਤੇ, ਪਹਿਲ ਦੇ ਆਧਾਰ ਤੇ। ਪਰਮੇਸ਼ਰ ਤੋਂ ਵੱਧ ਕੇ ਸਾਡਾ ਕੋਈ ਬੱਚਾ ਪਿਆਰਾ ਨਹੀਂ, ਪਰਮੇਸ਼ਰ ਤੋਂ ਵੱਧ ਕੇ ਸਾਡਾ ਕੋਈ ਰਿਸ਼ਤੇਦਾਰ ਪਿਆਰਾ ਨਹੀਂ, ਪਰਮੇਸ਼ਰ ਤੋਂ ਵੱਧ ਕੇ ਮੇਰਾ ਘਰ-ਬਾਰ, ਜੇਕਰ ਮੇਰੇ ਕੋਲ ਕੋਈ ਧਨ ਦੌਲਤ ਹੈਗੀ ਆ, ਉਹ ਵੀ ਪਿਆਰਾ ਨਹੀਂ। ਜੇ ਇਸ ਚੀਜ਼ ਦਾ ਘਾਟਾ ਆਇਆ ਨਾ, ਤੇ ਸਾਨੂੰ ਇਸ ਘਾਟੇ ਨੂੰ ਦੂਰ ਕਰਨਾ ਪਵੇਗਾ। तो आइए पढ़ते हैं। उस लड़के ने क्या कि मैं देखदा है तेरे जीवन च घाटा आया, तू जो भी तेरा कुछ है ना वो बेच ते कंगालां नूं की कर दे दे। हाँ जी अगे पढ़िए। जा ते जो कुछ तेरा आ वेच अते कंगालां नूं दे दे। हाँ हुण घाटा आके इन्ने इन्ने प्यार दे नाल आया, इन्ने सत्कार दे नाल आया। परमेश्वर ने घाटा दस्या ते जदों ही घाटा दस्या की कहंदा, हाँ जी, जा ते कंगालां नूं दे दे तां तेनू स्वर्ग दा राज, तां तेनू स्वर्ग विच धन मिलेगा, तां तेनू स्वर्ग विच धन मिलेगा। अते आ मेरे पीछे हो तुर, मेरे पीछे आ जा हुण। हाँ पर ओ इस गल्लों की होया। हिंदी च पढ़ो ये लफ्ज पैड़ा पैंदा, मैंने तो पढ़ो। इस बात से उसके चेहरे पर उदासी छा गई। कहता इस गल तो ओदे चेहरे ते की हो गई? उदासी छा गई, उदास हो गया। पहला गलती अपनी कमी लभण लई बड़ा उतावला आया, तो पर जो कमी लभी है लिखा उदास हो गया। इसी तरह असी भी परमेश्वर के कदमां 'च बैठते हैं, कमियां नूं लभदे हैं, पर जिधर परमेश्वर साडे नाल गल करदा ना यह चीज़ छड्डनी आ, असी भी वांगू की हुंदे आ, उदास हो जाने आ। असी भी इस इंसान वांगू परेशान हो जाने आ। लिखिया वो भी इस गल्लों भैड़ा पिया जां उदास हो गया। हाँ अते उदास होके चलिया गया। उदास होके चलिया गया। किड्डी वड्डी किरपा होई ओदे ते, किड्डी वड्डी आशीष दी ओदे उत्ते ओ लहर चली कि परमेश्वर ने उन्होंने ओदी गलती दसी।
ਪਰ ਗਲਤੀ ਸੁਣਦਿਆਂ ਹੀ ਲਿਖਿਆ ਉਦਾਸ ਹੋ ਗਿਆ, ਕਿਉਂਕਿ ਉਹ ਉਸ ਚੀਜ਼ ਨੂੰ ਪਰਮੇਸ਼ਰ ਨਾਲੋਂ ਵੀ ਕੀ ਕਰਦਾ ਸੀ, ਵੱਧ ਪਿਆਰ ਕਰਦਾ ਸੀ। ਜੇ ਪਰਮੇਸ਼ਰ ਨੂੰ ਪਿਆਰ ਕਰਦਾ, ਯਕਦਮ ਝੱਟ ਹੀ ਉਹਨੂੰ ਛੱਡਣ ਲਈ ਤਿਆਰ ਹੁੰਦਾ ਉਹ। ਇਸ ਕਰਕੇ ਪਰਮੇਸ਼ਰ ਨੂੰ ਪਤਾ ਸੀ ਤੇਰੇ 'ਚ ਕਮੀ ਆ, ਤੂੰ ਮੇਰੇ ਨਾਲੋਂ ਕਿਸੇ ਹੋਰ ਚੀਜ਼ ਨੂੰ ਵੀ ਹਜੇ ਵੱਧ ਪਿਆਰ ਕਰਦਾ ਹੈ। ਹਾਂ, ਤੂੰ ਮੈਨੂੰ ਪਤਾ ਪਿਆਰ ਕਰਦਾ ਆ, ਪਰ ਮੇਰੇ ਨਾਲ ਨਾਲ ਤੂੰ ਕਿਸੇ ਹੋਰ ਵਸਤੂ ਨੂੰ ਵੀ ਕੀ ਕਰਦਾ ਆ, ਪਿਆਰ ਕਰਦਾ ਆ। ਹਾਲੇਲੂਇਆ, ਹਾਲੇਲੂਇਆ। ਜੇ ਅੱਜ ਤੁਹਾਨੂੰ ਜਿੰਦਾ ਪਰਮੇਸ਼ਰ ਇਸ ਲੋਕਡਾਊਨ ਦੇ ਦੁਆਰਾ ਤੁਹਾਡੀਆਂ ਗਲਤੀਆਂ ਦੱਸਣ ਲਈ ਜਾ ਰਿਹਾ, ਕਿ ਤੁਸੀਂ ਉਸ ਗਲਤੀ ਨੂੰ ਮੰਨਣ ਨੂੰ ਤਿਆਰ ਹੋ? ਕਿ ਤੁਸੀਂ ਇਸ ਗਲਤੀ ਨੂੰ ਮੰਨਣ ਨੂੰ ਤਿਆਰ ਹੋ? ਕਿ ਖੁਸ਼ੀ ਦੇ ਨਾਲ ਉਸ ਗਲਤੀ ਨੂੰ ਛੱਡਣ ਲਈ ਤਿਆਰ ਹੋ? ਜੇਕਰ ਤੁਸੀਂ ਖੁਸ਼ੀ ਦੇ ਨਾਲ ਉਸ ਗਲਤੀ ਨੂੰ ਛੱਡਣ ਲਈ ਤਿਆਰ ਹੋ, ਤੁਸੀਂ ਸੱਚੇ ਮਸੀਹੀ ਹੋ। ਜੇ ਤੁਸੀਂ ਇਸ ਖੁਸ਼ੀ ਦੇ ਨਾਲ ਆਪਣੀਆਂ ਉਸ ਕਮੀਆਂ ਨੂੰ ਦੂਰ ਕਰਨ ਲਈ ਤਿਆਰ ਹੋ, ਤੁਸੀਂ ਪਰਮੇਸ਼ਰ ਨੂੰ ਸੱਚੇ ਪਿਆਰ ਕਰਨ ਵਾਲੇ ਮਸੀਹੀ ਹੋ। ਮੈਨੂੰ ਵਿਸ਼ਵਾਸ ਹੈ ਇਹਨਾਂ ਦਿਨਾਂ 'ਚ ਜੇਕਰ ਤੁਸੀਂ ਪਰਮੇਸ਼ਰ ਕੋ ਪੁੱਛੋਗੇ, ਪਰਮੇਸ਼ਰ ਤੁਹਾਡੀਆਂ ਗਲਤੀਆਂ ਤੁਹਾਨੂੰ ਦੱਸੇਗਾ, ਪਰਮੇਸ਼ਰ ਤੁਹਾਡੇ ਨਾਲ ਗੱਲ ਕਰੇਗਾ, ਪਰਮੇਸ਼ਰ ਤੁਹਾਨੂੰ ਤੁਹਾਡੀਆਂ ਕਮੀਆਂ ਦੱਸੇਗਾ। ਪਰ ਅਗਲਾ ਰੋਲ ਤੁਹਾਡਾ ਆ, ਤੁਹਾਨੂੰ ਆਪਣੇ ਜੀਵਨ 'ਚ ਆਉਣ ਵਾਲੀਆਂ ਸਾਰੀਆਂ ਗਲਤੀਆਂ ਨੂੰ ਮੰਨ ਕੇ ਛੱਡਣਾ ਪਵੇਗਾ। ਲਿਖਿਆ ਇਹਨੂੰ ਵੀ ਪਤਾ ਲੱਗਾ, ਪਰ ਜਦੋਂ ਪਤਾ ਲੱਗਾ ਆ, ਜਦੋਂ ਪਰਮੇਸ਼ਰ ਨੇ ਦੱਸਿਆ, ਲਿਖਿਆ ਉਸ ਗੱਲ ਤੋਂ ਉਹਦਾ ਦਿਲ ਕੀ ਹੋ ਗਿਆ? ਪੜੋ ਹਿੰਦੀ 'ਚ। और वे शोक करता हुआ चला गया क्योंकि वे बहुत धनी था। हाँ, ਉਹ ਉਦਾਸ ਹੋ ਕੇ ਚਲਾ ਗਿਆ। ਇਸ ਗੱਲੋਂ ਉਹ ਫੈਸਲਾ ਨਹੀਂ ਕਰ ਪਾਇਆ ਮੈਂ ਕੀ ਕਰਾਂ। ਅੱਜ ਪਰਮੇਸ਼ਰ ਸਾਨੂੰ ਆਪਣੀ ਕਮੀ ਚੋਂ ਜਾਂ ਸਾਨੂੰ ਪਰਮੇਸ਼ਰ ਆਪਣੇ ਆਪ ਨੂੰ ਚੁਣਨ ਲਈ ਕੁਝ ਕਹਿੰਦਾ ਹੈ। ਕੀ ਚੁਣਾਂਗੇ ਅਸੀਂ? ਪਰਮੇਸ਼ਰ ਨੂੰ ਜਾਂ ਆਪਣੀ ਉਸ ਗਲਤੀ ਨੂੰ ਦੁਹਰਾਉਂਦੇ ਰਵਾਂਗੇ? ਉਸ ਇਨਸਾਨ ਦੇ ਨਾਲ ਵੀ ਇਹੋ ਹੋਇਆ। ਪ੍ਰਭੂ ਦੱਸਿਆ ਜੋ ਤੂੰ ਮੈਨੂੰ ਚੁਣ ਸਕਦਾ ਤੇ ਜਾਂ ਜੋ ਮੈਂ ਤੈਨੂੰ ਕਿਹਾ ਉਹਨੂੰ। ਪਰ ਲਿਖਿਆ ਉਹ ਪਰੇਸ਼ਾਨ ਹੋ ਗਿਆ, ਉਹਦੇ ਸਾਹਮਣੇ ਚੁਣਾਵ ਰੱਖੇ ਗਏ, ਪਰ ਉਦਾਸ ਕਿਉਂ ਸੀ? ਉਹ ਕਿਤੇ ਨਾ ਕਿਤੇ ਯਿਸੂ ਨੂੰ ਵੀ ਛੱਡਣਾ ਨਹੀਂ ਸੀ ਚਾਹੁੰਦਾ। ਉਹਦੇ ਕੋਲ ਸਭ ਕੁਝ ਸੀ, ਹੁਣ ਉਹਦੇ ਕੋਲ ਸਭ ਕੁਝ ਆ, ਧਨ ਦੌਲਤ ਜੋ ਵੀ ਸਭ ਕੁਝ ਆ, ਪਰ ਹੁਣ ਉਹਨੂੰ ਪਤਾ ਮੇਰੇ ਕੋਲ ਯਿਸੂ ਨਹੀਂ ਆ। ਹੁਣ ਉਹਦੇ ਕੋਲ ਸਭ ਕੁਝ ਆ, ਬੇਸ਼ੱਕ ਉਹ ਸ਼ਰਾਂ ਨੂੰ ਵੀ ਮੰਨ ਰਿਹਾ, ਸਭ ਕੁਝ ਕਰ ਰਿਹਾ, ਸਹੀ ਵੀ ਆਪਣੇ ਆਪ ਨੂੰ ਸਹੀ ਸਾਬਤ ਕਰਨ ਦੀ ਕੋਸ਼ਿਸ਼ ਕਰ ਰਿਹਾ, ਪਰ ਇਸ ਚੁਣਾਵ 'ਚ ਗਲਤ ਹੋ ਗਿਆ। ਉਹਨੂੰ ਪਤਾ ਹੁਣ ਮੇਰੇ ਕੋਲ ਹਮੇਸ਼ਾ ਦਾ ਜੀਵਨ ਨਹੀਂ ਆ। ਅੱਜ ਪਰਮੇਸ਼ਰ ਜੇਕਰ ਸਾਡੇ ਨਾਲ ਗੱਲ ਕਰ ਰਿਹਾ ਕਿ ਅਸੀਂ ਤਿਆਰ ਹਾਂ, ਕਿ ਅਸੀਂ ਤਿਆਰ ਹਾਂ ਕਿ ਆਪਣੀਆਂ ਗਲਤੀਆਂ ਨੂੰ ਮੰਨੀਏ, ਕਿ ਆਪਣੇ ਆਪ ਤੋਂ ਪੁੱਛ ਸਕਦੇ ਹਾਂ ਹੁਣ ਸਾਡੇ 'ਚ ਕਿਸ ਚੀਜ਼ ਦਾ ਘਾਟਾ ਹੈ। ਕੁਝ ਗੱਲਾਂ ਮੈਂ ਦੱਸਾਂਗਾ। ਨੰਬਰ 1, ਕਿ ਸਾਡੇ ਅੰਦਰ ਵਿਸ਼ਵਾਸ ਦਾ ਘਾਟਾ ਤੇ ਨਹੀਂ। ਜੇਕਰ ਅੱਜ ਤੁਸੀਂ ਪੁੱਛ ਰਹੇ ਪਰਮੇਸ਼ਰ ਤੁਹਾਡੇ ਨਾਲ ਗੱਲ ਕਰ ਰਿਹਾ, ਤੇਰੇ ਅੰਦਰ ਵਿਸ਼ਵਾਸ ਦਾ ਘਾਟਾ ਆ, ਕਿ ਅਸੀਂ ਉਸ ਘਾਟੇ ਨੂੰ ਪੂਰਾ ਕਰਾਂਗੇ। ਨੰਬਰ 2, ਕਿ ਸਾਡੇ ਅੰਦਰ ਤੋਬਾ ਕਰਨ ਦਾ ਘਾਟਾ ਆ। ਸਾਨੂੰ ਗਲਤੀਆਂ ਦਿਖਦੀਆਂ ਨੇ, ਸਾਨੂੰ ਆਪਣੀਆਂ ਕਮਜ਼ੋਰੀਆਂ ਦਿਖ ਰਹੀਆਂ ਨੇ। ਪਰਮੇਸ਼ਰ ਦੱਸ ਰਿਹਾ ਇਸ ਚੀਜ਼ ਤੋਂ ਤੋਬਾ ਕਰ। ਕਿ ਤੋਬਾ ਕਰਾਂਗੇ? ਕਿ ਸਾਡੇ ਅੰਦਰ ਇਕਰਾਰ ਕਰਨ ਦਾ ਘਾਟਾ ਆ, ਕਿ ਪਰਮੇਸ਼ਰ ਮੈਂ ਤੇਰੇ ਨਾਲ ਇੱਕ ਵਾਅਦਾ ਕਰਦਾ, ਮੈਂ ਤੇਰੇ ਨਾਲ ਨਿਯਮ ਬਣਦਾ ਹਾਂ। ਕਿ ਸਾਡੇ ਅੰਦਰ ਬਪਤਿਸਮੇ ਦਾ ਘਾਟਾ ਆ, ਕਿ ਸਾਡੇ ਅੰਦਰ ਸਮਰਪਣ ਦਾ ਘਾਟਾ ਆ। ਵਚਨ ਸੁਣਦੇ ਆ, ਸਭ ਕੁਝ ਕਰਦੇ ਆ, ਪਰ ਪ੍ਰਭੂ ਨਾਲ ਸਮਰਪਣ ਨਹੀਂ ਕਰਦੇ, ਆਪਣੇ ਸਮਰਪਣ 'ਚ ਖੜੇ ਨਹੀਂ ਉਤਰਦੇ। ਜਾਂ ਸਾਡੇ ਅੰਦਰ ਪਰਮੇਸ਼ਰ ਦੀ ਸੇਵਾ ਦੇ ਲਈ ਦੇਣ ਦਾ ਘਾਟਾ ਆ। ਆਪਣੇ ਘਾਟਿਆਂ ਨੂੰ ਜਾਣੀਏ। ਹੁਣ ਅੱਜ ਕੱਲ ਤੁਸੀਂ ਦੇਖਦੇ ਹੋ ਵਾਢੀਆਂ ਦੇ ਦਿਨ ਸ਼ੁਰੂ ਹੋ ਗਏ ਨੇ, ਕੰਬਾਈਨਾਂ ਵਾਢੀਆਂ ਕਰਦੀਆਂ ਨੇ। ਇੱਕ ਬੜੀ ਵੱਡੀ ਕੰਬਾਈਨ ਆ, ਸਭ ਪਾਸਿਓਂ ਠੀਕ ਆ, ਉਹਦੇ 'ਚ ਇੱਕ ਪੁਰਜਾ ਨਾ ਹੋਵੇ, ਉਹ ਵਾਢੀ ਕਰ ਹੀ ਨਹੀਂ ਸਕਦੀ।
ਇਸ ਤਰ੍ਹਾਂ ਇਸ ਇਨਸਾਨ ਨੇ ਵੀ ਆਪਣਾ ਸਾਰਾ ਜੀਵਨ ਬੜਾ ਵਧੀਆ ਬਣਾਇਆ, ਸਹੀ ਜਗ੍ਹਾ, ਸਹੀ ਸਥਾਨ, ਸਹੀ ਮਕਸਦ, ਸਹੀ ਰਾਹ ਤੇ ਸਾਰੇ ਹੁਕਮ ਮੰਨਦਾ, ਪਰ ਇੱਕ ਚੀਜ਼ ਦਾ ਘਾਟਾ ਰਹਿ ਗਿਆ। ਇਸ ਕਾਰਨ ਉਹਦੀ ਗੱਡੀ ਅੱਗੇ ਚੱਲੀ ਨਹੀਂ। ਮੇਰੇ ਪਿਆਰਿਓ, ਇਹ ਸਮਾਂ ਆ ਆਪਣੇ ਘਾਟਿਆਂ ਨੂੰ ਦੂਰ ਕਰਨ ਦਾ। ਇੱਕ ਅੱਛਾ ਆਤਮਿਕ ਜੀਵਨ ਹੋ ਸਕਦਾ, ਤੁਸੀਂ ਬਾਹਰੋਂ ਦੇਖਣ ਨੂੰ ਬੜੇ ਅੱਛੇ ਵਿਸ਼ਵਾਸੀ, ਬੜੇ ਅੱਛੇ ਪਾਦਰੀ, ਬੜੇ ਅੱਛੇ ਪਾਸਟਰ ਹੋ ਸਕਦੇ ਹੋ, ਇੱਕ ਚੰਗੇ ਪਰਮੇਸ਼ਰ ਦੇ ਨਾਲ ਚੱਲਣ ਵਾਲੇ, ਇੱਕ ਚੰਗੇ ਵਿਸ਼ਵਾਸੀ ਹੋ ਸਕਦੇ ਹੋ, ਪਰ ਜੇਕਰ ਇੱਕ ਚੀਜ਼ ਦਾ ਘਾਟਾ, ਤੁਹਾਡੀ ਗੱਡੀ ਰੁਕ ਜਾਵੇਗੀ। ਇਸ ਕਾਰਨ ਇਹ ਸਮਾਂ ਆ ਸਾਰੀਆਂ ਘਟੀਆਂ, ਸਾਰੀਆਂ ਕਮੀਆਂ ਨੂੰ ਪੂਰੀਆਂ ਕਰਨ ਦਾ। ਜੇਕਰ ਤੁਸੀਂ ਪਰਮੇਸ਼ਰ ਤੋਂ ਮੰਗੋਗੇ, ਪਰਮੇਸ਼ਰ ਦੱਸੇਗਾ। ਦੂਸਰਾ ਰੋਲ ਸਾਡਾ ਆ, ਅਸੀਂ ਉਹਨਾਂ ਘਾਟਿਆਂ ਨੂੰ ਪੂਰੀਆਂ ਕਰਦੇ ਜਾਈਏ। ਇਸ ਇਨਸਾਨ ਵਾਂਗੂ ਉਦਾਸ ਹੋ ਕੇ, ਪਰੇਸ਼ਾਨ ਹੋ ਕੇ ਵਾਪਸ ਨਾ ਚਲੇ ਜਾਈਏ। ਇਹਦੀ ਅਗਲੀ ਮੈਂ ਤੁਹਾਨੂੰ ਸਟੋਰੀ ਦੱਸਣਾ ਚਾਹਾਂਗਾ। ਇਸ ਇਨਸਾਨ ਦਾ ਫੈਸਲਾ ਸਰਾਸਰ ਗਲਤ ਸਾਬਤ ਹੋਇਆ। ਇੱਥੇ ਲਿਖਿਆ ਨਹੀਂ ਹੈ। ਇਸ ਇਨਸਾਨ ਨੇ ਜੋ ਫੈਸਲਾ ਕੀਤਾ, ਸਰਾਸਰ ਗਲਤ ਫੈਸਲਾ ਕੀਤਾ। ਉਹ ਕਿਉਂ? ਇਸ ਘਟਨਾ ਤੋਂ ਬਾਅਦ 40 ਸਾਲ ਦੇ ਅੰਦਰ ਹੀ, ਜਿੱਦਣ ਯਿਸੂ ਮਸੀਹ ਨਾਲ ਗੱਲ ਕਰ ਰਿਹਾ, ਉਸ ਤੋਂ 40 ਸਾਲ ਦੇ ਅੰਦਰ ਹੋ ਸਕਦਾ ਹੈ ਬਿਜ਼ਨਸ ਬੜਾ ਵੱਧ ਗਿਆ ਹੋਵੇ। ਇਸਰਾਇਲ ਤੇ ਐਸਾ ਹਮਲਾ ਕੀਤਾ, ਇਸਰਾਇਲੀਆਂ ਨੂੰ ਬਰਬਾਦ ਕਰ ਦਿੱਤਾ। ਯਹੂਦੀਆਂ ਦਾ ਅਸਤਿਤਵ ਮਿਟਾ ਦਿੱਤਾ ਉਹਨਾਂ ਨੇ। ਜਿਨ੍ਹਾਂ ਕੋਲ ਧਨ ਦੌਲਤ ਸੀ ਉਹ ਲੁੱਟ ਲਿਆ, ਉਹਨਾਂ ਨੂੰ ਗੁਲਾਮ ਬਣਾ ਕੇ ਆਪਣੇ ਆਪਣੇ ਦੇਸ਼ਾਂ 'ਚ ਲੈ ਗਏ। ਕੁਝ ਲੋਕ ਦੌੜ ਗਏ, ਕਦੀ ਕਿਤੇ ਕਦੀ ਕਿਤੇ। ਉਹਨਾਂ ਵਿੱਚੋਂ ਇਹ ਵੀ ਇੱਕ ਸੀ। ਉਹਨੂੰ ਯਾਦ ਆਉਂਦਾ ਹੋਏਗਾ, ਕਾਸ਼ ਮੈਂ ਉਦਣ ਪ੍ਰਭੂ ਯਿਸੂ ਮਸੀਹ ਦੀ ਗੱਲ ਮੰਨ ਲਈ ਹੁੰਦੀ। ਅੱਜ ਵੀ ਆਪਣਾ ਸਭ ਕੁਝ ਮੈਂ ਗਵਾ ਦਿੱਤਾ ਆ। ਉਹਨੇ ਆਪਣਾ ਧਨ ਇੱਥੇ ਵੀ ਗਵਾ ਦਿੱਤਾ ਤੇ ਸਵਰਗ ਦੇ ਵਿੱਚ ਵੀ ਕੀ ਕਰ ਦਿੱਤਾ? ਨਹੀਂ ਜੋੜਿਆ। ਪਰਮੇਸ਼ਰ ਕਹਿੰਦਾ ਸੀ ਨਾ, ਆਪਣਾ ਧਨ ਕੀ ਕਰ, ਵੇਚ ਦੇ, ਕੰਗਾਲਾਂ ਨੂੰ ਦੇ ਦੇ, ਤੇ ਮੇਰੇ ਪਛਾਤ ਸਵਰਗ 'ਚ ਤੈਨੂੰ ਕੀ ਮਿਲੇਗਾ? ਉਹਨੇ ਸਵਰਗ 'ਚ ਵੀ ਨਹੀਂ ਪ੍ਰਾਪਤ ਕੀਤਾ ਤੇ ਇੱਥੇ ਵੀ ਬਰਬਾਦ ਹੋ ਗਿਆ। ਮੇਰੇ ਪਿਆਰਿਓ, ਪਰਮੇਸ਼ਰ ਦਾ ਵਚਨ ਸਾਨੂੰ ਕੀ ਕਹਿੰਦਾ ਆ? ਸਾਡੀ ਦੁਆਵਾਂ ਇਹ ਨਹੀਂ ਹੋਣੀ ਚਾਹੀਦੀਆਂ ਹਰ ਘਾਟੀਆਂ ਨੂੰ ਪੂਰੀਆਂ ਕਰ। ਉਹਨੇ ਘਾਟੀਆਂ ਪੂਰੀਆਂ ਨਹੀਂ ਕਰਨੀਆਂ, ਉਹਨੇ ਘਾਟੀਆਂ ਦੱਸਣੀਆਂ ਨੇ, ਤੇ ਘਾਟੇ ਫਿਰ ਅਸੀਂ ਕੀ ਕਰਨੇ ਨੇ? ਪੂਰੇ ਕਰਨੇ। ਫਿਲਿੱਪੀਆਂ ਦੀ ਪੱਤਰੀ 3 ਬਾਬ 7 और 8 वचन पढ़िए। फिलिप्पियां दी पत्री 3 बाब 7 और 8 वचन। पर ਜਿਹੜੀਆਂ ਗੱਲਾਂ ਮੇਰੇ ਲਾਭ ਦੀਆਂ ਸਨ, ਕਹਿੰਦਾ ਜਿਹੜੀਆਂ ਗੱਲਾਂ, ਪੌਲੁਸ ਕਹਿੰਦਾ ਜਿਹੜੀਆਂ ਗੱਲਾਂ ਮੇਰੇ ਲਾਭ ਦੀਆਂ ਸਨ, ਮੈਂ ਉਹਨਾਂ ਨੂੰ ਮਸੀਹ ਦੇ ਕਾਰਨ ਹਾਨ ਦੀਆਂ ਸਮਝਿਆ। ਮੈਂ ਉਹਨਾਂ ਨੂੰ ਮਸੀਹ ਦੇ ਕਾਰਨ ਕੀ ਸਮਝਿਆ? ਮੇਰੇ ਪਿਆਰਿਓ, ਇਸ ਸਮੇਂ ਬੇਸ਼ੱਕ ਕੁਝ ਚੀਜ਼ਾਂ ਤੁਹਾਨੂੰ ਤੁਹਾਡੇ ਲਾਭ ਦੀਆਂ ਲੱਗਦੀਆਂ ਹੋਣ, ਪਰ ਮਸੀਹ ਦੀ ਖਾਤਰ ਉਹਨੂੰ ਕੀ ਕਰਨਾ ਪੈਣਾ? ਜੇ ਪਰਮੇਸ਼ਰ ਦਾ ਵਚਨ ਉਸ ਜਗ੍ਹਾ ਤੇ ਉਂਗਲੀ ਰੱਖਦਾ ਨਾ, ਸਾਡੇ ਬਿਜ਼ਨਸ ਤੇ, ਸਾਡੇ ਰਿਸ਼ਤਿਆਂ ਤੇ, ਕਿਸੇ ਵੀ ਗੱਲ ਤੇ, ਸਾਨੂੰ ਇੱਕ ਅੱਛੇ ਆਗਿਆਕਾਰੀ, ਉਹਦੇ ਚੇਲੇ ਦੀ ਤਰ੍ਹਾਂ, ਆਗਿਆਕਾਰੀ ਉਹਦੇ ਬੱਚੇ ਦੀ ਤਰ੍ਹਾਂ ਉਹਨੂੰ ਮੰਨਣਾ ਪੈਣਾ। ਇਹ ਵੀ ਘੁਟਨੇ ਟੇਕੇ ਨੇ। ਕਈ ਲੋਕ ਸਿਰਫ ਇਹਦੇ ਵਾਂਗੂ ਘੁਟਨੇ ਟੇਕਣ ਵਾਲੇ ਹੀ ਨੇ, ਪਰ ਮੰਨਣ ਵਾਲੇ ਨਹੀਂ। ਮੇਰੇ ਪਿਆਰੇ, ਸਿਰਫ ਘੁਟਨੇ ਨਾ ਟੇਕੋ, ਸਿਰ ਝੁਕਾ ਕੇ ਉਹਦੀ ਮੰਨੋ ਵੀ। ਤੁਸੀਂ ਪੜ੍ਹਦੇ ਇਸ ਇਨਸਾਨ ਲਿਖਿਆ ਆਇਆ ਤੇ ਉਹਦੇ ਅੱਗੇ ਕੀ ਕੀਤੇ? ਗੋਡੇ ਨਵਾਏ। ਹੈ ਮਹਾਰਾਜ, ਮੈਨੂੰ ਦੱਸੋ ਮੈਂ ਸਵਰਗ ਦਾ ਆਨੰਦ ਜੀਵਨ ਕਿਸ ਤਰ੍ਹਾਂ ਪ੍ਰਾਪਤ ਕਰ ਸਕਦਾ ਹਾਂ? ਸਿਰਫ ਗੋਡੇ ਟੇਕਣ ਨਾਲ ਕੁਝ ਨਹੀਂ ਬਣਨਾ, ਸਿਰ ਝੁਕਾ ਕੇ ਉਹਦੀ ਮੰਨਣ ਦੇ ਨਾਲ ਹੀ ਬਣਨਾ ਆ। ਪੌਲੁਸ ਕਹਿੰਦਾ, ਮੈਂ ਸਭ ਨੂੰ, ਸਭ ਅਵਸਥਾ ਨੂੰ ਤੇਰੇ ਕਾਰਨ, ਮੇਰੀ ਜੋ ਲਾਭ ਦੀਆਂ ਸੀ ਮੈਂ ਹਾਨ ਦੀਆਂ ਕੀ ਕਰਦਾ ਹਾਂ? ਸਮਝਦਾ ਹਾਂ। ਇਹਦੀ ਇਸੇ ਮੱਤੀ ਦੀ ਜੀਵ 10 ਦੀ 24 ਪੜ੍ਹਦੀ ਹੈ ਜਰਾ। ਚੇਲੇ ਉਹਦੀਆਂ ਗੱਲਾਂ ਤੋਂ ਹੈਰਾਨ ਹੋਏ। ਪਰ ਯਿਸੂ ਨੇ ਉਹਨਾਂ ਨੂੰ ਅੱਗੋਂ ਫੇਰ ਆਖਿਆ, ਹਾਂ, ਹੇ ਬਾਲਕਿਓ,
ਜਿਹੜੇ ਧਨ ਉੱਤੇ ਆਸਰਾ ਰੱਖਦੇ ਹਨ। ਹਾਂ ਲਿਖਿਆ ਹੈ ਬਾਲਕੋ ਜਿਹੜੇ ਧਨ ਉੱਤੇ ਕੀ ਕਰਦੇ ਨੇ, ਆਸਰਾ ਰੱਖਦੇ ਨੇ। ਹਾਂ ਉਹਨਾਂ ਲਈ ਪਰਮੇਸ਼ਵਰ ਦੇ ਰਾਜ ਵਿੱਚ ਵੜਨਾ ਕਿੱਡਾ ਹੀ ਔਖਾ ਹੈ। ਧਨ ਉੱਤੇ ਆਸਰਾ ਰੱਖਣ ਵਾਲਿਆਂ ਦੀ ਅਸਲ 'ਚ ਆ ਸਮਾਂ ਜੋ ਚੱਲ ਰਿਹਾ ਨਾ, ਕੋਰੋਨਾ ਵਾਇਰਸ ਬਿਮਾਰੀ ਦਾ ਖਤਰਾ ਸਾਰੇ ਪਾਸੇ, ਇਹ ਧਨ ਤੇ ਆਸਰਾ ਰੱਖਣ ਵਾਲਿਆਂ ਦੇ ਮੂੰਹ ਤੇ ਪਰਮੇਸ਼ਰ ਦੀ ਚਪੇੜ ਆ। ਤੁਸੀਂ ਆਪਣੇ ਪੈਸੇ ਨਾਲ ਠੀਕ ਹੋ ਸਕਦੇ ਹੋ ਜਾਓ ਠੀਕ। ਅੱਜ ਉਹ ਸਮਾਂ ਆ ਗਿਆ ਆ, ਇਸ ਬਿਮਾਰੀ ਤੋਂ ਤੁਹਾਨੂੰ ਤੁਹਾਡਾ ਪੈਸਾ ਵੀ ਠੀਕ ਨਹੀਂ ਕਰ ਸਕਦਾ। ਇਹ ਸਵਰਗ ਦੇ ਰਾਜ ਨੂੰ ਦਰਸਾ ਰਿਹਾ। ਸਵਰਗ ਦੇ ਰਾਜ 'ਚ ਪੈਸਾ ਨਹੀਂ ਚੱਲਦਾ। ਪੈਸੇ ਦੇ ਨਾਲ ਤੁਸੀਂ ਅਨੰਤ ਜੀਵਨ ਨਹੀਂ ਖਰੀਦ ਸਕਦੇ। ਅੱਜ ਇਸ ਤਰ੍ਹਾਂ ਲੋਕ ਕੋਰੋਨਾ ਵਾਇਰਸ ਡਾਕਟਰ ਕੋਲ ਜਾ ਕੇ ਡਾਕਟਰ ਇਹਨਾਂ ਪੈਸਾ ਲੈ ਲਾ ਠੀਕ ਕਰ ਦੋਗੇ, ਬਈ ਮੈਂ ਨਹੀਂ ਕਰ ਸਕਦਾ। ਇਹ ਬਿਮਾਰੀ ਪੈਸੇ ਦੇ ਨਾਲ ਠੀਕ ਹੋਣ ਵਾਲੀ, ਇਹ ਬਿਮਾਰੀ ਤੇ ਨਿਯਮ ਤੇ ਕਾਨੂੰਨਾਂ ਨੂੰ ਮੰਨਣ ਦੇ ਨਾਲ ਠੀਕ ਹੋਣ ਵਾਲੀ ਆ। ਇਸੇ ਤਰ੍ਹਾਂ ਆਤਮਿਕ ਜੀਵਨ ਚ ਅਨੰਤ ਜੀਵਨ ਪੈਸੇ ਨਾਲ ਨਹੀਂ ਮਿਲਣਾ, ਧਨ ਦਾ ਆਸਰਾ ਰੱਖਣ ਨਾਲ ਨਹੀਂ ਮਿਲਣਾ, ਪਰਮੇਸ਼ਰ ਦੇ ਵਚਨ ਤੇ ਕਾਨੂੰਨਾਂ ਨੂੰ ਮੰਨਣ ਦੇ ਨਾਲ ਮਿਲਣਾ ਆ। ਜਿਹੜੇ ਦੇ ਵਚਨਾਂ ਨੂੰ, ਜਿਹੜੇ ਦੇ ਕਾਨੂੰਨਾਂ ਨੂੰ ਮਿਲਣਗੇ, ਹਮੇਸ਼ਾ ਦਾ ਜੀਵਨ ਉਹਦਾ ਹੀ ਆ। ਇਹ ਚਪੇੜ ਆ ਉਹਨਾਂ ਦੇ ਮੂੰਹ ਤੇ ਜਿਹੜੇ ਆਪਣੇ ਧਨ ਤੇ ਕੀ ਰੱਖਦੇ ਨੇ, ਆਸਰਾ ਰੱਖਦੇ ਨੇ। ਮੱਤੀ ਦੀ ਇੰਜੀਲ 19:29 ਪੜ੍ਹਦੀ ਹੈ। ਮੱਤੀ ਦੀ ਇੰਜੀਲ 19:29 ਵਚਨ। ਅਤੇ ਹਰ ਕੋਈ ਜਿਹਦੇ ਘਰਾਂ ਜਾਂ ਭਾਈਆਂ ਜਾਂ ਭੈਣਾਂ ਜਾਂ ਪਿਓ ਜਾਂ ਮਾਂ ਜਾਂ ਬਾਲ ਬੱਚਿਆਂ ਜਾਂ ਜ਼ਮੀਨ ਨੂੰ ਮੇਰੇ ਨਾਮ ਦੇ ਕਾਰਨ ਛੱਡਿਆ ਹੈ। ਹਾਂ ਵੇਖੋ ਕਹਿੰਦਾ ਜਿਨ੍ਹਾਂ ਨੂੰ ਮੈਂ ਕਿਹਾ ਸੀ ਮੇਰੇ ਕਾਰਨ। ਇੱਕ ਵਾਰੀ ਲਿਸਟ ਪੜ੍ਹ ਦਈਏ, ਕਿੰਨੀ ਆ, ਪੜ੍ਹੀਏ ਦੁਬਾਰਾ। ਅਤੇ ਹਰ ਕੋਈ ਜਿਨ੍ਹਾਂ ਨੇ ਘਰਾਂ, ਜਿਨ੍ਹਾਂ ਨੇ ਆਪਣੇ ਘਰਾਂ ਨੂੰ ਜਾਂ ਭਾਈਆਂ ਜਾਂ ਆਪਣੇ ਭੈਣ ਭਰਾਵਾਂ ਨੂੰ, ਰਿਸ਼ਤੇਦਾਰੀਆਂ ਨੂੰ ਜਾਂ ਭੈਣਾਂ ਜਾਂ ਪਿਓ ਜਾਂ ਮਾਂ ਜਾਂ ਬਾਲ ਬੱਚਿਆਂ ਜਾਂ ਜ਼ਮੀਨ ਨੂੰ ਮੇਰੇ ਨਾਮ ਦੇ ਕਾਰਨ ਛੱਡਿਆ, ਜਾਂ ਆਪਣੀ ਜ਼ਮੀਨ ਜਾਇਦਾਦ ਨੂੰ ਮੇਰੇ ਨਾਮ ਦੇ ਕਾਰਨ ਛੱਡਿਆ ਹੈ, ਉਹ 100 ਗੁਣਾ ਫਲ ਪਾਵੇਗਾ। ਹਾਲੇਲੂਇਆ। ਉਹ 100 ਗੁਣਾ ਕੀ ਕਰੇਗਾ, ਫਲ ਪਾਵੇਗਾ ਅਤੇ ਸਦੀਪਕ ਜੀਵਨ ਦਾ ਵਾਰਸ ਹੋਵੇਗਾ। ਔਰ ਸਦੀਪਕ ਜੀਵਨ ਦਾ ਕੀ ਹੋਵੇਗਾ? ਇਹਨੂੰ ਕਿਹਾ ਛੱਡ ਦੇ, ਇਹਨਾਂ ਤੇ ਜ਼ਿਆਦਾ ਧਿਆਨ ਲਾਉਣਾ ਛੱਡ ਦੇ, ਆਪਣੇ ਬਿਜ਼ਨਸ ਦੇ ਪਿੱਛੇ ਦੌੜਨਾ ਛੱਡ ਦੇ, ਹਰ ਵੇਲੇ ਕਮਾਈ ਦੇ ਪਿੱਛੇ ਪਿਆ ਰਹਿਣਾ ਛੱਡ ਦੇ, ਪਰਮੇਸ਼ਰ ਦਾ ਸਮਾਂ ਖਾ ਕੇ ਆਪਣੇ ਬਿਜ਼ਨਸ ਨੂੰ ਦੇਣਾ ਛੱਡ ਦੇ, ਪਰਮੇਸ਼ਰ ਦਾ ਹਿੱਸਾ ਖਾ ਕੇ ਆਪਣੇ ਉੱਤੇ ਵਰਤਣਾ ਛੱਡ ਦੇ। ਜਿਹੜਾ ਮੇਰੇ ਕਾਰਨ ਛੱਡੇਗਾ ਉਹ ਹਮੇਸ਼ਾ ਦਾ ਜੀਵਨ ਕੀ ਕਰੇਗਾ? ਹਾਲੇਲੂਇਆ। ਤਾਂ ਇਹਦਾ ਵਚਨ ਇਹੀ ਆ। ਆਪਣੀਆਂ ਕਮੀਆਂ ਨੂੰ ਜੇ ਨਹੀਂ ਪਤਾ ਲੱਗ ਰਿਹਾ, ਪਰਮੇਸ਼ਰ ਦੇ ਵਚਨ ਦੇ ਅੱਗੇ ਰੱਖੀਏ। ਪਰਮੇਸ਼ਰ ਦਾ ਵਚਨ ਉਹ ਸ਼ੀਸ਼ਾ ਐਕਸਰਾ ਸਾਨੂੰ ਸਭ ਕੁਝ ਦੱਸ ਕੇ ਦੇਵੇਗਾ, ਇੱਕ ਚੀਜ਼ ਪ੍ਰਗਟ ਕਰਕੇ ਦੱਸੇਗਾ ਕਿ ਮੇਰੇ ਅੰਦਰ ਕਿਸ ਚੀਜ਼ ਦਾ ਘਾਟਾ ਆਇਆ। ਫਿਰ ਦੂਸਰਾ ਰੋਲ ਹੈ ਸਾਡਾ ਕਿ ਅਸੀਂ ਉਹਨੂੰ ਮੰਨਦੇ ਹਾਂ, ਅਸੀਂ ਉਹਦੇ ਤੇ ਚੱਲਦੇ ਹਾਂ। ਜੇ ਚੱਲਦੇ ਹਾਂ ਤੇ ਮੇਰੇ ਪਿਆਰੇ ਵਚਨ ਕਹਿੰਦਾ ਜੇ ਮੇਰੇ ਕਾਰਨ ਤੁਸੀਂ ਛੱਡੋਗੇ, ਹਮੇਸ਼ਾ ਦਾ ਜੀਵਨ ਤੁਹਾਡਾ ਹੈ। तो आइए मैं प्रार्थना करांगा सबना के लिए, प्रार्थना करांगे सब। हालेलुया। धन्यवाद हो, धन्यवाद हो। एक छोटा गीत गावांगे असी। यीशु है मेरी पनाह, वो ही है मेरी चट्टान। यीशु है मेरी पनाह, वो ही है मेरी चट्टान। लंगर मैं डालता उसमें, जिस वक्त घेरते तूफान। लंगर मैं डालता उसमें, जिस वक्त घेरते तूफान। यीशु है मेरी पनाह, वो ही है मेरी चट्टान। यीशु है मेरी पनाह, वो ही है मेरी चट्टान। लंगर मैं डालता उसमें,
दे तूफान। हालेलुया। तो आइए सब मिलके ਅਸੀਂ ਪ੍ਰਾਰਥਨਾ ਕਰਾਂਗੇ। ਸਰਵਸ਼ਕਤੀਮਾਨ ਦਿਆਲੂ ਪਿਤਾ, ਮੈਂ ਤੁਹਾਡਾ ਧੰਨਵਾਦੀ ਹਾਂ ਇਸ ਸੁੰਦਰ ਸਮੇਂ ਦੇ ਲਈ। ਇੱਕ ਵਾਰੀ ਫੇਰ ਆਪਣੇ ਕਦਮਾਂ 'ਚ ਤੁਸੀਂ ਇਕੱਠਿਆਂ ਕੀਤਾ ਪਿਤਾ, ਤੁਹਾਡਾ ਧੰਨਵਾਦ ਹੋ। ਪ੍ਰਾਰਥਨਾ ਕਰਦੇ ਅੱਜ ਦੇ ਵਚਨਾਂ ਦੇ ਲਈ ਪਿਤਾ, ਤੇਰੇ ਵਚਨਾਂ ਦੁਆਰਾ ਅੱਜ ਤੂੰ ਸਿਖਾਇਆ ਜੋ ਵੀ ਕਮੀਆਂ ਨੇ, ਜੋ ਵੀ ਘਟੀਆਂ ਨੇ, ਮੈਂ ਤੁਹਾਨੂੰ ਦੱਸਾਂਗਾ, ਪਰ ਜੇਕਰ ਮੰਨੋਗੇ ਤੇ ਹਮੇਸ਼ਾ ਦਾ ਜੀਵਨ ਤੁਹਾਡਾ ਹੈ। ਉਹਨਾਂ ਨੂੰ ਛੱਡਿਓ, ਮੰਨਿਓ, ਹਮੇਸ਼ਾ ਦਾ ਜੀਵਨ ਪਾਇਓ। ਪਿਤਾ ਤੇਰੇ ਇਹਨਾਂ ਬੱਚਿਆਂ ਨੂੰ ਜੋ ਮੋਬਾਈਲਾਂ ਦੁਆਰਾ ਇਸ ਵਚਨ ਨੂੰ ਸੁਣ ਰਹੇ ਨੇ ਪਿਤਾ, ਤੇ ਇਹਨਾਂ ਦੇ ਜੀਵਨਾਂ 'ਚ ਕੰਮ ਕਰ। ਇਹ ਵਚਨ ਤੇਰੇ ਇਹਨਾਂ ਬੱਚਿਆਂ ਦੇ ਜੀਵਨਾਂ 'ਚ ਕੰਮ ਕਰਨ। ਤੂੰ ਹੋਰ ਵੀ ਜ਼ਿਆਦਾ ਇਹਨਾਂ ਨੂੰ ਆਪਣੇ ਵਿੱਚ ਅੱਗੇ ਵਧਾ। ਤੁਹਾਡੀ ਕਿਰਪਾ, ਤੁਹਾਡਾ ਫਜ਼ਲ ਹਮੇਸ਼ਾ ਤੇਰੇ ਇਹਨਾਂ ਬੱਚਿਆਂ ਦੇ ਨਾਲ ਬਣੇ। ਕੱਲ ਫੇਰ ਦੁਬਾਰਾ ਜਦੋਂ ਅਸੀਂ ਤੇਰੇ ਕਦਮਾਂ 'ਚ ਬੈਠੀਏ, ਇੱਕ ਵਾਰੀ ਫੇਰ ਦੁਬਾਰਾ ਇਸੇ ਤਰ੍ਹਾਂ ਪਿਤਾ ਤੂੰ ਸਾਡੇ ਨਾਲ ਆਪਣੇ ਵਚਨਾਂ 'ਚੋਂ ਗੱਲ ਕਰੀ। ਸਾਰੇ ਮਾਹੌਲ ਨੂੰ, ਸਾਰੇ ਵਾਤਾਵਰਨ ਨੂੰ, ਸਭ ਤੇਰੇ ਵਿਸ਼ਵਾਸੀਆਂ ਨੂੰ ਤੇਰੇ ਜੋਰਾਵਰ ਹੱਥਾਂ ਸੌਂਪਦਾ ਤੂੰ ਸੰਭਾਲ ਕੇ ਰੱਖੀ। ਯਿਸੂ ਮਸੀਹ ਦੇ ਨਾਮ 'ਚ ਮੰਗਦੇ ਹਾਂ, ਆਮੀਨ। ਹਾਲੇਲੂਇਆ, ਹਾਲੇਲੂਇਆ। ਸਭ ਨੂੰ ਜੈ ਮਸੀਹ ਦੀ। ਕੱਲ ਫੇਰ 11 ਵਜੇ ਅਸੀਂ ਪਰਮੇਸ਼ਰ ਦੇ ਕਦਮਾਂ 'ਚ ਬੈਠਾਂਗੇ। तो प्रार्थना करते रहिए, अपने आप को जांचण 'ਚ ਲੱਗੇ रहिए। परमेश्वर जरूर ਤੁਹਾਡੇ ਨਾਲ ਗੱਲ ਕਰੇਗਾ। प्रभु ਤੁਹਾਨੂੰ ਸਾਰਿਆਂ ਨੂੰ आशीष दे।